ਹਾਂਜੀ ਦੋਸਤੋ, ਕਿਵੇਂ ਕੀ ਹਾਲ ਚਾਲ ਹੈ। ਆਪਾਂ ਨਾ ਰੀਡਿੰਗ ਦਾ ਇੱਕ ਸੈਕਸ਼ਨ ਕਰਨ ਜਾ ਰਹੇ ਹਾਂ। ਰੀਡਿੰਗ ਦਾ ਇੱਕ ਸੈਕਸ਼ਨ ਹੈ ਜਿਹੜਾ ਕਿ ਹੈ ਰੀਡਿੰਗ ਫਿਲ ਇਨ ਦੀ ਬਲੈਂਕਸ, ਜਿਹਦੇ ਵਿੱਚ ਮੈਂ ਤੁਹਾਨੂੰ ਕੀ ਹੈ ਔਨਲਾਈਨ ਲਾਈਵ ਕਲਾਸ ਦੇ ਵਿੱਚੋਂ ਰਿਕਾਰਡਿੰਗ ਕਰਕੇ ਦੇ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਰੀਡਿੰਗ ਜਿਹੜੀ ਮੈਂ ਕਰਵਾਉਣਾ ਕਿਸ ਤਰੀਕੇ ਦੇ ਨਾਲ। ਤਾਂ ਉਸ ਵੇ ਦੇ ਨਾਲ ਮੈਂ ਇੱਕ ਕਲਾਸ ਹੈ ਜਿਹੜੀ ਤੁਹਾਡੇ ਲਈ YouTube ਦੇ ਉੱਤੇ ਪਾ ਰਿਹਾ ਸਾਰਿਆਂ ਦੇ ਲਈ ਫ੍ਰੀ, ਐਂਡ ਜਿਹੜੀਆਂ ਨੈਕਸਟ ਵੀਡੀਓਜ਼ ਹੋਣਗੀਆਂ ਸਾਰੀਆਂ ਮੈਂਬਰਸ਼ਿਪ ਲਈ ਹੋਣਗੀਆਂ। ਅਗਰ ਜਿਹੜੇ ਮੇਰੇ ਮੈਂਬਰਸ ਹੋਣਗੇ ਉਹਨਾਂ ਲਈ ਤਾਂ YouTube ਦੇ ਜਿਹੜੇ ਮੇਰੇ ਅਕਾਊਂਟ ਦੇ ਨੀਚੇ ਮੈਂਬਰ ਬਣਿਆ ਹੋਇਆ ਜੀ, ਉਹਦੇ 'ਤੇ ਕਲਿੱਕ ਕਰੋਗੇ, ਤੁਸੀਂ ਜੁਆਇਨ ਕਰੋਗੇ ਤਾਂ ਹਾਈਐਸਟ ਪੇਡ ਵਾਲਾ ਜਿਹੜਾ ਅਕਾਊਂਟ ਹੈ ਜਾਂ ਜਿਹੜਾ ਕਿ ਸਭ ਤੋਂ ਵੱਧ ਮਹਿੰਗਾ, ਉਹਦੇ 'ਤੇ ਜੁਆਇਨ ਕਰਨ 'ਤੇ ਤੁਹਾਨੂੰ ਕੀ ਰੀਡਿੰਗ ਸਾਰੀਆਂ ਮਿਲਣਗੀਆਂ ਜੀ। ਤਾਂ ਤੁਸੀਂ ਉੱਥੇ ਕੀ ਹੈ ਨਾਲ ਰੀਡਿੰਗ ਕਰ ਸਕਦੇ ਹੋ ਡੇਲੀ। ਜਿਵੇਂ ਆਪਣੀ ਯੂਅਰ ਟੀਨਏਜ ਡਾਟਰ ਤੋਂ ਲੈ ਕੇ ਲਾਸਟ ਵਾਲੇ ਵਰਡਸ ਆ ਜਿਹੜੇ ਔਖੇ ਅੱਖਰ ਤੁਹਾਨੂੰ ਦਿਖ ਰਹੇ ਇਹਦੇ ਵਿੱਚੋਂ, ਤੁਸੀਂ ਕੀ ਕਰੋ ਔਖੇ ਅੱਖਰਾਂ ਨੂੰ ਇੱਕ ਕਾਪੀ ਦੀ ਸਾਈਡ 'ਤੇ ਲਿਖ ਲਓ ਇੰਗਲਿਸ਼ ਦੇ ਵਿੱਚ। ਇੰਗਲਿਸ਼ 'ਤੇ ਲਿਖਣ ਲੱਗਾ ਜੋ ਯੂਅਰ ਟੀਨਏਜ ਡਾਟਰ ਗੈਟਸ ਟੌਪ ਮਾਰਕਸ ਐਂਡ ਕੈਪਟਨ ਦਾ ਮੀਨਿੰਗ ਨਹੀਂ ਪਤਾ, ਡਿਬੇਟ ਦਾ ਮੀਨਿੰਗ ਨਹੀਂ ਪਤਾ, ਕਾਪੀ ਦੀ ਸਾਈਡ 'ਤੇ ਲਿਖਣ ਲੱਗ ਜਾਓ। ਵੋਲੰਟੀਅਰ ਦਾ ਮੀਨਿੰਗ ਨਹੀਂ ਪਤਾ, ਸ਼ੈਲਟਰ ਦਾ ਮੀਨਿੰਗ ਨਹੀਂ ਪਤਾ, ਹੋਮਲੈਸ ਦਾ ਨਹੀਂ ਪਤਾ। ਜਿਹੜੇ ਅੱਖਰ ਤੁਹਾਨੂੰ ਮੀਨਿੰਗ ਨਹੀਂ ਪਤਾ ਤੁਸੀਂ ਕਾਪੀ ਦੀ ਸਾਈਡ 'ਤੇ ਲਿਖਣਾ ਸਟਾਰਟ ਕਰ। ਅਤੇ ਬੇਝਿਜਕ ਲਿਖਿਓ, ਐ ਨਾ ਹੋਵੇ ਕਿ ਤੁਹਾਨੂੰ ਜਿੱਦਾਂ ਲੱਗਦਾ ਨਾ ਕਲੈਵਰ ਦਾ ਮੀਨਿੰਗ ਤਾਂ ਮੈਨੂੰ ਪਤਾ ਹੈ ਤਾਂ ਤੁਸੀਂ ਛੱਡ ਦੇਣਾ ਮੈਂ ਨਾ ਕਲੈਵਰ ਵੀ ਲਿਖੋ। ਅਗਰ ਥੋੜ੍ਹਾ ਮੋਟਾ ਵੀ ਸ਼ੱਕ ਹੈ ਤਾਂ ਔਖੇ ਅੱਖਰਾਂ ਦਾ ਜਿਹੜੀ ਡਿਫੀਕਲਟ ਵਰਡ ਸਾਈਡ 'ਤੇ ਲਿਖੀ ਚੱਲੋ, ਸਟਾਰਟ ਹੋ ਜਾਓ। ਮੈਂ ਤੁਹਾਨੂੰ ਫਿਰ ਸਾਰਿਆਂ ਦਾ ਮੀਨਿੰਗ ਦੱਸੂਗਾ, ਫਿਰ ਆਂਸਰ ਲਗਾ ਕੇ ਦੇਖੋ ਕਿੰਨੀ ਜਲਦੀ ਲੱਗਣਗੇ। ਜਿਹੜੇ ਵੀਡੀਓ ਦੇਖ ਰਹੇ ਨੇ ਤੁਸੀਂ ਕੀ ਇੱਥੇ ਵੀਡੀਓ ਨੂੰ ਪੌਜ਼ ਕਰ ਲਓ ਅਤੇ ਵਰਡਸ ਨੋਟ ਕਰ ਲਓ। ਜੀ ਬੋਲੋ ਅੱਖਰ ਲਿਖ ਲੈ ਕਿ ਨਹੀਂ? ਲਿਖ ਲੈ ਸਰ। ਠੀਕ ਹੈ ਜੀ, ਗੁੱਡ ਹੈ। ਪਹਿਲਾ ਅੱਖਰ ਪੁੱਛੋ ਕਿਹੜਾ? ਲਿਖ ਲੈ ਸਰ। ਪਹਿਲਾ ਅੱਖਰ ਪੁੱਛੋ ਡਿਫੀਕਲਟ ਜਿਹੜਾ ਲੱਗ ਰਿਹਾ ਇਸ ਤੁਹਾਨੂੰ। ਬੋਲੋ ਜੀ ਬੋਲੋ ਸਰ। ਵਲੰਟੀਅਰ VOLUNTER ਆਹੀ ਸਪੈਲਿੰਗ ਹੈ ਨਾ? ਹਾਂਜੀ ਸਰ। ਵੋਲੰਟੀਅਰ ਉਹ ਹੁੰਦੇ ਨੇ ਜਿਹੜੇ ਹੈਲਪ ਕਰਦੇ ਨੇ, ਜਿਹੜੇ ਕਿ ਕਿਸੇ ਵੀ ਜੋ ਆਪਣੀ ਸੇਵਾ ਕਰਦੇ ਕਿਸੇ ਦੀ, ਤਾਂ ਉਹ ਵੋਲੰਟੀਅਰ ਹੋ ਗਏ। A person who freely offers to take part in enterprise or in a task, ਕੋਈ ਵੀ ਜਿਹੜਾ ਕਿ ਫ੍ਰੀਲੀ ਕੰਮ ਕਰਦਾ ਹੈ, ਸੇਵਾ ਕਰਦਾ। ਠੀਕ ਹੈ ਜੀ। ਹੋਰ ਕੋਈ ਅੱਖਰ ਪੁੱਛਿਓ? ਪੁੱਛੋ ਹੋਰ ਕਿਹੜਾ? ਰੈਕਲਿਸ ਸਰ। ਰੈਕਲਿਸ ਸਪੈਲਿੰਗ ਕੀ ਨੇ? RECKLESS ਇਹਦਾ ਮੀਨਿੰਗ ਲਿਖੋ ਲਾਪਰਵਾਹੀ। ਨੈਕਸਟ ਅੱਖਰ ਪੁੱਛੋ ਜੀ ਕਿਹੜਾ? ਨਿਊਰੋਲੋਜੀ ਸਰ। ਨਿਊਰੋਲੋਜੀ ਲਿਖ ਲਓ ਪਹਿਲਾਂ। ਨਿਊਰੋਲੋਜੀ ਆਹੀ ਸਪੈਲਿੰਗ ਸੀ ਨਾ? ਹਾਂਜੀ। ਨਿਊਰੋਲੋਜੀ ਕੀ ਹੈ? ਬ੍ਰਾਂਚ ਆਫ ਮੈਡੀਸਨ ਕੰਸਰਨਡ ਵਿਦ ਦ ਸਟੱਡੀ ਆਫ ਟਰੀਟਮੈਂਟ ਡਿਸਆਰਡਰ ਨਰਵਸ ਸਿਸਟਮ। ਅਸੀਂ ਆਪਾਂ ਬਰੀਕੀ ਵਿੱਚ ਤਾਂ ਨਹੀਂ ਜਾਂਦੇ ਜ਼ਿਆਦਾ, ਆਪਾਂ ਨੂੰ ਪਤਾ ਵੀ ਨਹੀਂ ਹੈ ਨਾ। ਤਾਂ ਡਾਕਟਰ ਹੋ ਗਏ ਹੈ ਨਾ ਜਿਹੜੇ ਆਪਾਂ ਨੂੰ ਪਤਾ। ਇੱਕ ਐਂ ਸਮਝ ਲਓ ਜਿਹੜੇ ਕਿ ਦਿਮਾਗ ਨੂੰ ਚੈੱਕ ਕਰਦੇ ਨੇ ਜਾਂ ਦਿਮਾਗ ਬਾਰੇ ਜਾਂਚ ਪੜਤਾਲ ਕਰਦੇ ਨੇ, ਉਹ ਵਾਲੇ ਡਾਕਟਰ ਜੀ। ਹੋਰ ਕਿਹੜਾ ਅੱਖਰ ਸੀਗਾ? ਬੋਸਟਨ ਸਰ। ਸਪੈਲਿੰਗ ਕੀ ਨੇ? ਬੋਸਟਨ ਆਹ ਵਾਲਾ? ਹਾਂਜੀ। ਇਹ ਤਾਂ ਨਾਮ ਹੋਊਗਾ ਜੀ। ਹਾਂਜੀ। ਇੱਕ ਮਿੰਟ, ਕਿੱਥੇ ਲਿਖਿਆ ਸੀਗਾ? ਇਹ ਤਾਂ ਨਾਮ ਹੈ ਹਸਪੀਟਲ ਦਾ, ਇਹਦਾ ਤਾਂ ਕੀ ਖੜਾ। ਹੋਰ ਕੀ ਦੱਸੋ? ਓਕੇ ਸਰ। ਪੈਰਾਡੌਕਸਿਕਲ ਸਰ। ਪੈਰਾਡੌਕਸਿਕਲ DUX ਸਰ। ਹਾਂਜੀ। ਇਹਦਾ ਲਿਖੋ ਵਿਰੋਧਾਭਾਸੀ। ਅਤੇ ਇੰਗਲਿਸ਼ ਦੇ ਵਿੱਚ ਬਣ ਗਿਆ ਸੀਮਿੰਗ ਅਬਜ਼ਰਵਡ ਸੈਲਫ ਕੰਟਰਾਡਿਕਟਰੀ, ਮਤਲਬ ਜੋ ਵੀ ਆਪਾਂ ਕੁਛ ਬੋਲੀਏ ਹੈ ਨਾ ਤਾਂ ਅਗਲੇ ਬੰਦੇ ਨੇ ਕੀ ਹੈ ਨਾ ਕਰ ਦੇਣੀ ਹੈ, ਵਿਰੋਧ ਕਰਨਾ ਉਹ ਚੀਜ਼ ਦਾ। ਠੀਕ ਹੈ। ਹੋਰ ਕੀ ਅੱਖਰ ਦੇਖਿਓ? ਹੋਰ ਕੀ ਅੱਖਰ? ਬਾਕੀ ਸਾਰੇ ਆਉਂਦੇ? ਨਹੀਂ ਸਰ। ਨਹੀਂ ਪੁੱਛੋ ਸਰ ਕਹਿਣਾ ਨਹੀਂ ਹੁੰਦਾ ਲਿਖ ਕੇ ਕਿਵੇਂ? ਸਪੈਲਿੰਗ ਹੀ ਬੋਲ ਦਿੰਦਾ ਸਰ। ਹਾਂਜੀ ਬੋਲ ਦਿਓ ਠੀਕ ਹੈ। ADOL। ਅੱਛਾ ਦੇਖੋ ਜੀ, ਅਡੋਲਸੈਂਟ ਹੁੰਦਾ ਮੀਨਿੰਗ ਹੁੰਦਾ ਹੈ ਛੋਟੇ ਬੱਚੇ, ਕਿਸ਼ੋਰ ਉਮਰ।
ਹੋਰ ਕੋਈ ਅੱਖਰ ਪੁੱਛੋ ਜੀ ਪਲੀਜ਼, ਤਾਂ ਹੀ ਰੀਡਿੰਗ ਕਲੀਅਰ ਹੋਊਗੀ ਜੀ। ਹੈ ਨਹੀਂ ਕੋਈ ਅੱਖਰ? ACC ਸਰ ਲਿਖਿਆ ਹੋਇਆ ACC। ਅਕਮੁਲ ਹਾਂਜੀ। ਅਕੰਪਲਿਸ਼ ਅਕੰਪਲਿਸ਼ ਮਤਲਬ ਹੁੰਦਾ ਜੋ ਵੀ ਆਪਾਂ ਸੋਚੀਏ ਉਹਨੂੰ ਪੂਰਾ ਕਰਨਾ। ਠੀਕ ਹੈ, ਤੁਸੀਂ ਕੀ ਕਹਿ ਰਹੇ ਸੀ, ਕਿਹੜਾ ਅੱਖਰ? ਅਕਿਊਮੂਲੇਟ ਹੈਗਾ ਅੱਖਰ ਇਹ? ਨਹੀਂ ਸਰ। ਇੱਕ ਮਿੰਟ ਦੇਖੋ ਕਿੱਥੇ ਕੁ ਲਿਖਿਆ, ਨਹੀਂ ਹੈਗਾ। ਹੋਰ ਕੀ ਪੁੱਛੋ ਜੀ, ਬਾਕੀ ਕਿਸੇ ਨੇ ਲੈ ਲਿਖਿਆ ਅੱਖਰ? ਦੇਖ ਲਓ ਰੀਡਿੰਗ ਵਿੱਚ ਤੁਸੀਂ ਲਾਉਣੇ ਆਨਸਰ, ਤੁਹਾਨੂੰ ਅੱਖਰ ਪਤਾ ਹੋਣੇ ਚਾਹੀਦੇ ਸਾਰੇ। ਕੀ ਕਰ ਲਈ ਸ਼ੁਰੂ? ਬੋਲੋ ਜੇ ਪਤਾ ਤਾਂ ਵਧੀਆ ਗੱਲ ਹੈ। ਹਾਂਜੀ ਨਾ ਜੀ, ਹਾਂਜੀ। ਮੈਂ ਕਿਹੜਾ ਆ ਕੇ ਕੁੱਟੂੰਗਾ ਉੱਥੇ, ਪੁੱਛ ਕੇ ਮਿਲਿਆ। ਕੰਟਰੈਕਸ਼ਨ ਦਾ ਮੀਨਿੰਗ, ਸੰਕੋਚਨ ਪੰਜਾਬੀ 'ਚ ਨਹੀਂ ਪਤਾ, ਇੰਗਲਿਸ਼ 'ਚ ਦੇਖ ਲਾਂਗੇ ਆਪਾਂ ਨੂੰ ਕੀ ਜਾਂਦਾ। ਦੇਖੋ ਦ ਪ੍ਰੋਸੈਸ ਆਫ ਬਿਕਮਿੰਗ ਸਮਾਲਰ, ਕੋਈ ਚੀਜ਼ ਜਿਹੜੀ ਛੋਟੀ ਹੁੰਦੀ ਜਾਵੇ, ਘਟਦੀ ਜਾਵੇ, ਸ਼ਰਿੰਕ ਹੁੰਦੀ ਜਾਵੇ ਜਾਂ ਟਾਈਟਨ ਹੁੰਦੀ ਜਾਵੇ, ਕੁਛ ਵੀ ਨਹੀਂ ਜੀ। ਹੋਰ ਸ਼ਰਿੰਕ। ਹੋਰ ਦੇਖ ਲਓ ਅੱਖਰ ਇਹਦੇ ਵਿੱਚੋਂ ਲੱਭ ਲਓ, ਨੀਚੋਂ ਵੀ ਦੇਖ ਲਿਓ, ਠੀਕ ਹੈ, ਅਗਰ ਕੋਈ ਸਮਝ ਨਾ ਆ ਰਿਹਾ ਹੋਵੇ ਤਾਂ। ਠੀਕ ਹੈ, ਸਾਰੇ ਕਲੀਅਰ ਹੈ, ਕਰ ਲਈ ਸ਼ੁਰੂ। ਤੁਹਾਨੂੰ ਜਿਹੜਾ ਅੱਖਰ ਨਹੀਂ ਪਤਾ ਲੱਗ ਰਿਹਾ, ਜਿਹੜੇ YouTube ਤੇ ਦੇਖ ਰਹੇ ਨੇ, ਤੁਸੀਂ ਕੀ ਕਰੋ, ਮੈਨੂੰ ਨੀਚੇ ਕਮੈਂਟ ਕਰ ਦਿਓ, ਮੈਂ ਤੁਹਾਨੂੰ ਮੀਨਿੰਗ ਸਮਝਾ ਦੂੰਗਾ ਉਹਨਾਂ ਦਾ। ਠੀਕ ਹੈ, ਚਲੋ ਹੁਣ ਤੁਸੀਂ ਸਾਰਿਆਂ ਨੇ ਕੀ ਕਰਨਾ, ਜ਼ਿਆਦਾ ਨਹੀਂ ਪੜ੍ਹਨਾ, ਸਿਰਫ ਇੰਨੀ ਲਾਈਨਾਂ ਹੀ ਪੜ੍ਹਨੀਆਂ। ਉਹ ਲਾਈਨ ਦਾ ਸਿਰਫ ਇੰਨੀ ਕੁ ਲਾਈਨ ਦਾ ਮੀਨਿੰਗ ਕੱਢੋ। ਯੂਅਰ ਦਾ ਮੀਨਿੰਗ ਕੀ ਹੋ ਗਿਆ? ਟੀਨੇਜ ਦਾ ਟੀਨੇਜ ਦਾ ਮੀਨਿੰਗ ਪਤਾ ਨਾ ਸਾਰਿਆਂ ਨੂੰ? ਪੁੱਛਿਆ ਤਾਂ ਹੈ ਨਹੀਂ ਵੈਸੇ, ਸਾਰੇ ਸਿਆਣੇ ਕੋਈ ਹੈਗਾ ਤਾਂ ਜਿਹਨੂੰ ਨਹੀਂ ਪਤਾ ਪੁੱਛ ਲਓ। ਪਤਾ ਫਿਰ ਠੀਕ। ਯੂਅਰ ਟੀਨੇਜ ਡਾਟਰ ਗੈਟਸ ਟੌਪ ਮਾਰਕਸ ਇਨ ਸਕੂਲ। ਕੈਪਟਨ ਦਾ ਮੀਨਿੰਗ ਸਾਰਿਆਂ ਨੂੰ ਪਤਾ ਹੈ। ਡਿਬੇਟ ਦਾ ਮੀਨਿੰਗ ਪਤਾ ਸਾਰਿਆਂ ਨੂੰ, ਹੈ ਨਾ? ਤੁਸੀਂ ਪੁੱਛਿਆ ਨਹੀਂ, ਠੀਕ ਹੈ। ਵੋਲੰਟੀਅਰ ਦਾ ਮੀਨਿੰਗ ਤੁਹਾਨੂੰ ਪਤਾ ਹੋਊਗਾ, ਤੇ ਸ਼ੈਲਟਰ ਤੁਸੀਂ ਮੀਨਿੰਗ ਪੁੱਛਿਆ ਨਹੀਂ, ਤੁਹਾਨੂੰ ਪਤਾ, ਮਤਲਬ ਹੋਮਲੈਸ ਦਾ ਮੀਨਿੰਗ ਤੁਹਾਨੂੰ ਪਤਾ ਹੈ। ਸੰਦੀਪ ਪੁੱਲਰ, ਸਾਰੇ ਪਤਾ ਨਾ ਅੱਖਰ? ਹਾਂਜੀ ਸਰ। ਬਸ ਠੀਕ ਹੈ। ਸ਼ੈਲਟਰ ਫॉर ਹੋਮਲੈਸ ਪੀਪਲ। ਵਾਟ ਰੀਤ ਜਿਹੜਾ ਅੱਖਰ ਸਰ ਸ਼ੈਲਟਰ ਦਾ? ਅੱਛਾ ਜੀ, ਮੈਂ ਤਾਂ ਕਹੀ ਹੈ ਨਾ, ਪੁੱਛ ਲਓ, ਮੇਰੇ ਤੋਂ ਪੁੱਛਦੇ ਨਹੀਂ ਤੁਸੀਂ। ਮੈਂ ਕਿ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੈ। ਸ਼ੈਲਟਰ ਹੋ ਗਿਆ ਆਸਰਾ ਜਾਂ ਕੋਈ ਛੱਤ, ਜਿਵੇਂ ਜਿਨ੍ਹਾਂ ਕੋਲ ਆਸਰਾ ਹੈ ਨਹੀਂ, ਜਿਨ੍ਹਾਂ ਕੋਲ ਛੱਤ ਹੈ ਨਹੀਂ ਕਿ ਸਿਰ 'ਤੇ, ਉਹਨਾਂ ਦੇ ਲਈ ਉਹ ਹੈਲਪ ਕਰਦੇ ਸੀਗੇ, ਹੋਮਲੈਸ ਪੀਪਲ ਲਈ। ਹੋਮਲੈਸ ਮਤਲਬ ਜਿਨ੍ਹਾਂ ਕੋਲ ਘਰ ਹੈ ਨਹੀਂ, ਘਰ ਹੈ ਨਹੀਂ ਸਰ। ਡਰਾਈਵਿੰਗ ਦਾ ਫੈਮਿਲੀ ਕਾਰ। ਹਾਂਜੀ, ਕੌਣ ਸਮਝਾ ਰਿਹਾ ਫਿਰ ਮੈਨੂੰ, ਜਿਹਨੂੰ ਕਲੀਅਰ ਹੋ ਗਿਆ ਅੱਛੇ ਤਰੀਕੇ ਨਾਲ? ਚਲੋ ਮੈਂ ਕਰ ਲਾਂ ਫਿਰ, ਜੇ ਤੁਸੀਂ ਨਹੀਂ ਦੱਸ ਰਹੇ ਤਾਂ ਮੈਨੂੰ। ਚਲੋ, ਯੂਅਰ ਟੀਨੇਜ ਡਾਟਰ, ਤੁਹਾਡੀ ਬੇਟੀ ਪ੍ਰਾਪਤ ਕਰਦੀ ਹੈ ਟੌਪ ਮਾਰਕਸ ਇਨ ਸਕੂਲ, ਵਧੀਆ ਨੰਬਰ ਆਉਂਦੇ ਉਹਦੇ। ਕੈਪਟਨ ਵੀ ਹੈ ਡਿਬੇਟ ਟੀਮ ਦੀ। ਡਿਬੇਟ ਦਾ ਮਤਲਬ ਕੀ ਹੁੰਦਾ ਸਰ? ਜਿਹੜੇ ਮਤਲਬ ਡਿਬੇਟ ਕਰਦੇ ਨੇ, ਹਾਂ, ਜਿਹੜੇ ਡਿਬੇਟ ਕਰਦੇ ਹੁੰਦੇ ਨੇ, ਅਗੇਂਸਟ ਹੁੰਦੇ। ਹਾਂ, ਉਹਨੂੰ ਕੀ ਕਹਿੰਦੇ ਪੰਜਾਬੀ 'ਚ? ਤੁਸੀਂ ਪੁੱਛਿਆ ਨਹੀਂਗਾ, ਜੇ ਕਿਸੇ ਹੋਰ ਨੂੰ ਪਤਾ ਦੱਸ ਸਕਦਾ। ਡਿਬੇਟ ਸਰ ਬਹਿਸ ਕਰਦੇ ਸਰ, ਜਿਹੜੇ ਬਹਿਸ ਕਰਦੇ ਇੱਕ ਦੂਜੇ। ਠੀਕ ਹੈ ਜੀ, ਗੁੱਡ। ਜਿਹੜੇ ਫੇਵਰਟ ਹੁੰਦੇ ਤੇ ਕੋਈ ਪਤਾ ਹੋਣਾ ਚਾਹੀਦਾ, ਬਸ ਮੇਨ ਤਾਂ ਉਹੀ ਹੈ। ਠੀਕ ਹੈ ਜੀ। ਤੇ ਹੁਣ ਕੀ ਕਹਿੰਦੇ, ਇੱਕ ਕੈਪਟਨ ਵੀ ਆ, ਉਹ ਕਿਹੜੀ ਟੀਮ ਦੀ? ਡਿਬੇਟ ਟੀਮ ਦੀ, ਜਿਹੜੇ ਕਿ ਬਹਿਸ ਕਰਦੇ ਨੇ। ਤੇ ਵੋਲੰਟੀਅਰ ਵੀ ਆ, ਉਹ ਹੈਲਪ ਵੀ ਕਰਦੀ ਹੈ ਕੁੜੀ, ਜਿਨ੍ਹਾਂ ਕੋਲ ਕੀ ਹੈ, ਛੱਤ ਹੈ ਨਹੀਂ ਜਾਂ ਆਸਰਾ ਹੈ ਨਹੀਂ ਲੋਕਾਂ ਲਈ, ਉਹਨਾਂ ਕੋਲ। ਤੇ ਬਟ ਵਾਈਲ ਡਰਾਈਵਿੰਗ ਕਾਰ, ਪਰ ਜਦੋਂ ਉਹ ਡਰਾਈਵ ਕਰ ਰਹੀ ਸੀ ਫੈਮਿਲੀ ਕਾਰ, ਸ਼ੀ ਟੈਕਸਟ ਮੈਸੇजेस ਹਰ ਬੈਸਟ ਫਰੈਂਡ। ਉਹਨੇ ਕੀ ਹੈ, ਇੱਕ ਤਾਂ ਡਰਾਈਵ ਕਰ ਰਹੀ ਹੈ, ਇੱਕ ਉਹਨੇ ਨਾਲ ਮੈਸੇਜ ਵੀ ਕੀਤਾ ਉਹਦੇ ਬੈਸਟ ਫਰੈਂਡ ਨੂੰ, ਅਤੇ ਨਾਲ ਰੀਅਰ ਐਂਡਸ ਅਨਦਰ ਵਹੀਕਲ। ਰੀਅਰ ਐਂਡ ਦਾ ਮੀਨਿੰਗ ਨਹੀਂ ਪੁੱਛਿਆ, ਤੁਹਾਨੂੰ ਪਤਾ ਹੋਊਗਾ ਸ਼ਾਇਦ, ਤਾਂ ਹੀ ਨਹੀਂ ਪੁੱਛਿਆ ਮੈਨੂੰ ਪਲੀਜ਼ ਦੱਸ ਦਿਓ। ਕਾਰ ਕੌਣ ਕੌਣ ਚਲਾ ਲੈਂਦਾ ਹੈ? ਕੋਈ ਤਾਂ ਹੋਊ ਜਿਹੜਾ ਕਾਰ ਚਲਾ ਲੈਂਦਾ ਹੈ।
ਨਾਲੇ ਦੱਸਦੇ ਵੀ ਸਰਕਾਰ ਤਾਂ ਚਲਾ ਰਹੇ ਨੇ, ਪਰ ਐ ਨਹੀਂ ਸਰਕਾਰ ਦਾ ਜਿਹੜੀ ਕਾਰ ਦੇ ਵਿੱਚ ਆਪਣੇ ਕੋਲ 3 ਥਾਵਾਂ ਤੇ ਸ਼ੀਸ਼ੇ ਲੱਗੇ ਨੇ, ਮਿਰਰ ਲੱਗੇ ਨੇ, ਇੱਕ ਸੈਂਟਰ ਦੇ ਵਿੱਚ ਜਿਹੜਾ ਕਿ ਪਿੱਛੇ ਦੇਖ ਸਕਦੇ ਆ, ਇੱਕ ਸਾਈਡ ਦੇ ਦੋਨਾਂ ਪਾਸੇ ਹੈ ਨਾ। ਤਾਂ ਉੱਥੇ ਕੀ ਲਿਖਿਆ, ਬੈਕ ਪਾਰਟ ਆਫ ਸਮਥਿੰਗ। ਉਹ ਗੱਡੀ ਦੇ ਵਿੱਚ ਬੈਠ ਕੇ ਆਪਾਂ ਜਦੋਂ ਕੀ ਹੈ ਪਿੱਛੇ ਦੇਖ ਰਹੇ ਹੁੰਦੇ ਹਾਂ ਕਿ ਕੋਈ ਵਹੀਕਲ ਆ ਰਿਹਾ ਤਾਂ ਆਪਾਂ ਸਾਈਡ 'ਤੇ ਕਰ ਲਈਏ ਜਾਂ ਅੱਗੇ ਕੱਢ ਲਈਏ, ਤਾਂ ਉਹ ਕੀ ਹੋ ਗਿਆ, ਰੀਅਰ ਐਂਡ, ਆਪਾਂ ਉੱਥੋਂ ਦੇਖਦੇ ਹੁੰਦੇ ਹਾਂ। ਤਾਂ ਉਹ ਕਹਿੰਦੇ ਕਿ ਇੱਕ ਤਾਂ ਮੈਸੇਜ ਕਰ ਰਹੀ ਹੈ, ਡਰਾਈਵ ਵੀ ਕਰ ਰਹੀ ਹੈ, ਨਾਲ ਨਾਲ ਕੀ ਆ, ਅਨਦਰ ਵਹੀਕਲ ਨੂੰ ਦੇਖ ਵੀ ਰਹੀ ਹੈ ਵੀ ਕੌਣ ਆ ਰਿਹਾ ਪਿੱਛੋਂ ਐਂਡ ਤੋਂ, ਇੰਨਾ ਕੁਛ ਕਰ ਰਹੀ ਹੈ ਉਹ। ਠੀਕ ਹੈ, ਹੁਣ ਕੁਐਸਚਨ ਸ਼ੁਰੂ ਹੋਇਆ ਮੇਨ, ਜਿੱਥੇ ਆਨਸਰ ਆਊਗਾ ਆਪਣੇ ਕੋਲੋਂ। ਹਾਊ ਦਾ ਮੀਨਿੰਗ ਸਾਰਿਆਂ ਨੂੰ ਪਤਾ ਹੈ? ਹਾਊ ਕੈਨ ਟੀਨਸ, ਹਾਊ ਮਤਲਬ ਕਿਵੇਂ, ਟੀਨਸ ਦਾ ਮਤਲਬ ਕੀ ਹੁੰਦਾ? ਟੀਨਸ 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 ਦੱਸੋ ਦੱਸੋ ਦੱਸੋ। ਦੱਸ ਤੇ ਪੁੱਛਦੇ ਕਾਹਤੋਂ ਨਹੀਂ, ਕਿ ਮੈਨੂੰ ਸਮਝ ਆਉਂਦੀ ਤੁਹਾਡੀ। ਟੀਨਸ, ਹੁਣ ਕਾਊਂਟਿੰਗ ਧਿਆਨ 'ਚ ਰੱਖਿਓ, 13 14 15 16 17 18 19, 13 ਤੋਂ 19 ਸਾਲ ਵਾਲੇ ਬੱਚੇ। ਠੀਕ ਹੈ, ਹੁਣ ਕਹਿੰਦੇ ਜਿਹੜੇ ਕਿਵੇਂ ਅੱਜ ਕੱਲ੍ਹ ਜਿਹੜੇ 13 ਤੋਂ 19 ਸਾਲ ਵਾਲੇ ਬੱਚੇ ਨੇ ਉਹ ਕਲੈਵਰ ਕਿਵੇਂ ਨੇ। ਕਲੈਵਰ ਤਾਂ ਪਤਾ ਲੱਗ ਗਿਆ, ਅਕੰਪਲਿਸ਼, ਜੋ ਸੋਚਦੇ ਪੂਰਾ ਕਰਦੇ ਨੇ। ਰਿਸਪੌਂਸੀਬਲ, ਜੋ ਕੰਮ ਕਰਨਾ ਹੈ ਉਹਦੇ ਵਿੱਚ ਰਿਸਪੌਂਸੀਬਿਲਟੀ ਲੈਣਗੇ ਉਹ। ਹਾਂਜੀ ਇਹ ਕੰਮ ਅਸੀਂ ਕੀਤਾ, ਸਾਡੇ ਤੋਂ ਗਲਤੀ ਹੋਈ, ਇਹ ਵੀ ਕਰਦੇ ਨੇ ਉਹ। ਇੱਕ ਹੈਗਾ ਦਾ ਮੀਨਿੰਗ ਕੀ ਸੀਗਾ, ਆਪਾਂ ਲਿਖਿਆ ਵੀ ਸੀ, ਕਾਪੀ 'ਤੇ ਚੈੱਕ ਕਰਿਓ। ਲਾਪਰਵਾਹੀ। ਲਾਪਰਵਾਹੀ, ਹਾਂ ਥੋੜ੍ਹੇ ਜਿਹੇ ਲਾਪਰਵਾਹ ਵੀ ਨੇ 13 ਤੋਂ 19 ਸਾਲ ਵਾਲੇ ਬੱਚੇ, ਕਿ ਕੋਈ ਕੰਮ ਕਰਦੇ ਨੇ ਕਈ ਵਾਰੀ ਲਾਪਰਵਾਹੀ ਵੀ ਕਰ ਜਾਂਦੇ ਨੇ। ਉਹ ਕਹਿੰਦੇ ਜਿਹੜੇ, ਅੱਛਾ ਕਈ ਤਾਂ ਜ਼ਿਆਦਾ ਹੀ ਜਿਹੜੇ ਹੁਣ 1980 ਤੋਂ ਬਾਅਦ, 1919 ਤੋਂ ਬਾਅਦ ਹੈ ਨਾ, ਜਾਂ 99 ਤੱਕ ਜਿਹੜੇ ਬੱਚੇ ਨੇ ਨਾ, ਜਾਂ ਆਪਣੇ ਪੇਰੈਂਟਸ ਨੇ, ਤੁਸੀਂ ਉਹਨਾਂ ਨੂੰ ਦੇਖਿਓ ਧਿਆਨ ਨਾਲ ਕਦੇ ਵੀ, ਅਗਰ ਤੁਸੀਂ ਉਹਨਾਂ ਨੂੰ ਜਾਂ ਕੰਮ ਕਰ ਰਹੇ ਹੋਣਗੇ, ਹਮੇਸ਼ਾ ਇੱਕ ਕੰਮ ਕਰਨਗੇ, ਉਸ ਤੋਂ ਇਲਾਵਾ ਉਹਨਾਂ ਤੋਂ ਹੋਰ ਕੰਮ ਨਹੀਂ ਹੋਊਗਾ। ਜਿਵੇਂ ਕਿ ਡਰਾਈਵ ਕਰ ਰਹੇ ਤਾਂ ਡਰਾਈਵ ਹੀ ਕਰਾਂਗੇ, ਗਾਣੇ ਬੰਦ ਕਰਦੇ ਆ, ਡਿਸਟਰੈਕਸ਼ਨ ਹੁੰਦੀ ਹੈ ਗੱਡੀ ਦੇ ਵਿੱਚ ਬੈਠ ਕੇ ਵੀ ਹੈ ਨਾ, ਤਾਂ ਇੱਕ ਚੀਜ਼ ਹੀ ਚਲਾਵਾਂਗੇ ਆਪਾਂ। ਠੀਕ ਹੈ, ਜਾਂ ਕੋਈ ਹੋਰ ਕੰਮ ਐਟ ਦ ਸੇਮ ਟਾਈਮ, ਹਾਂਜੀ, ਤਾਂ ਕੋਈ ਵੀ ਆਪਾਂ ਕੰਮ ਕਰਾਂਗੇ ਤਾਂ ਆਪਾਂ ਨੂੰ ਕੀ ਹੁੰਦਾ ਵੀ ਆਪਾਂ ਇੱਕ ਹੀ ਕੰਮ ਕਰੀਏ। ਪਰ ਅੱਜ ਕੱਲ੍ਹ ਦੇ ਜਵਾਕ ਜਿਹੜੇ ਹੋਣਗੇ ਉਹ ਕੀ ਹੈ, ਗਾਣੇ ਗਾ ਵੀ ਲੈਂਦੇ ਆ, ਨੱਚ ਵੀ ਲੈਂਦੇ ਆ, ਲਿਖ ਵੀ ਲੈਂਦੇ ਨੇ, ਤੇ ਪਰਫਾਰਮ ਵੀ ਕਰ ਲੈਂਦੇ ਆ। ਹਰ ਇੱਕ ਕੰਮ ਕੀ ਆ ਇੱਕੋ ਸਮੇਂ ਦੇ ਉੱਤੇ ਕਰ ਲੈਂਦੇ ਨੇ। ਤਾਂ ਆਨਸਰ ਕੀ ਐਟ ਦ ਸੇਮ ਟਾਈਮ, ਐਟ ਦ ਸੇਮ ਟਾਈਮ। ਠੀਕ, ਚਲੋ ਨੈਕਸਟ, ਈਜ਼ਲੀ ਅੱਗੇ ਸ਼ੁਰੂ ਕਰੋ, ਇੱਥੋਂ ਤੱਕ ਪੜ੍ਹਨਾ ਤੁਸੀਂ। YouTube 'ਤੇ ਦੇਖ ਰਹੇ ਜਿਹੜੇ ਉਹ ਕੀ ਕਰਨ, ਇਹਨੂੰ ਰੀਡ ਕਰਨ ਜਾਂ ਪੌਜ਼ ਕਰਕੇ ਇੱਕ ਰੀਡ ਕਰ ਲੈਣ। ਔਖੇ ਅੱਖਰ ਜਿਹੜੇ ਹੋਣਗੇ ਉਹ ਨੀਚੇ ਕਮੈਂਟ ਕਰ ਦੇਣ, ਮੈਂ ਉਹਨਾਂ ਦਾ ਮੀਨਿੰਗ ਦੱਸ ਦੂੰਗਾ। ਹਾਂਜੀ ਬਣੀ ਗੱਲ। ਅਕੋਰਡਿੰਗ ਟੂ 2 ਫਿਜ਼ੀਸ਼ੀਅਨ ਦਾ ਮੀਨਿੰਗ ਨਹੀਂ ਪੁੱਛਿਆ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ। ਚਿਲਡਰਨਸ ਹੌਸਪੀਟਲ, ਬੋਸਟਨ, ਹਾਰਵਰਡ ਮੈਡੀਕਲ ਸਕੂਲ, ਅਤੇ who have been dash the unique structure and chemistry of the brain। ਓਕੇ, ਇੱਕ ਨਾ ਵੈਸੇ ਆਪਾਂ ਦੱਸ ਰਹੇ ਹਾਂ ਤੁਹਾਨੂੰ, ਤੁਸੀਂ ਮੈਂ ਜਿਹੜਾ ਕਈ ਗੱਲਾਂ ਨਾ ਤੁਹਾਨੂੰ ਲਿਖ ਕੇ ਨਹੀਂ ਦੇ ਰਿਹਾ, ਕੋਈ ਭੇਜ ਨਹੀਂ ਰਿਹਾ, ਤੁਹਾਨੂੰ ਵੈਸੇ ਦੱਸੀ ਜਾਊਂਗਾ, ਤੁਸੀਂ ਆਪ ਨੋਟ ਕਰਨੀਆਂ ਨੇ। ਠੀਕ ਹੈ, ਜਦੋਂ ਹੈਵ ਬੀਨ ਲਿਖਿਆ ਆ ਗਿਆ, ਤੁਸੀਂ ਕੀ ਹੈ ING ਵੱਲ ਭੱਜਣਾ, ਕਿ ਆਨਸਰ ਕੀ ਹੈ ING ਵਾਲਾ ਹੋਣਾ ਸਕਦਾ। ਤਾਂ ਆਪਾਂ ਹੁਣ ਨੀਚੇ ਦੇਖੀਏ ING ਵਾਲੇ ਅੱਖਰ ਕਿੱਥੇ ਕਿੱਥੇ ਪਏ ਨੇ। ਕੰਟਰੈਕਸ਼ਨ, ਕੈਮੀਕਲ, ਐਕਸਪਲੋਰਿੰਗ, ਡਿਵੈਲਪਿੰਗ, ਇੱਕ ਪੁਆਇੰਟ, ਤੇ ਸ਼ਾਰਪ, ਡੋਲਸੈਂਟ, ਇੱਕ ਐਕਸਪਲੋਰਿੰਗ, 2 ਵਰਡ ਸੀਗੇ। ਅੱਛਾ, ਹੁਣ ਦੋਨਾਂ ਨੂੰ ਆਪਾਂ ਕੀ ਆਇਆ ਤਾਂ ਹੈ ਨਹੀਂ, ਦੋਨੋਂ ਚੱਕ ਕੇ ਲਗਾ ਦਾਂਗੇ। ਹਾਂ ਥੋੜ੍ਹਾ ਜਿਹਾ ਪੜ੍ਹਨਾ ਪਊਗਾ ਹੁਣ ਆਪਾਂ ਨੂੰ। ਇਹ ਤਾਂ ਹੋ ਗਿਆ ਨਾ ਵੀ ਐਲੀਮੀਨੇਟ ਕਰ ਲਿਆ ਮੈਥਡ। ਡਿਵੈਲਪਿੰਗ, ਐਕਸਪਲੋਰਿੰਗ ਵਿੱਚੋਂ ਕਿਹੜਾ ਇਹਦੇ 'ਚ ਸੂਟੇਬਲ ਲੱਗ ਰਿਹਾ ਤੁਹਾਨੂੰ, ਉਹ ਪੜ੍ਹ ਕੇ ਤੁਸੀਂ ਲਾਓ। ਤੁਸੀਂ ਵੈਸੇ ਦੋਨਾਂ ਦਾ ਮੀਨਿੰਗ ਪੁੱਛਿਆ ਨਹੀਂ ਮੈਨੂੰ, ਤੁਹਾਨੂੰ ਆਉਂਦਾ ਹੋਊਗਾ ਨਾ ਮੀਨਿੰਗ, ਪੁੱਛ ਲਿਆ ਕਰੋ। ਸਾਰੇ ਆਉਂਦੇ ਨੇ। ਐਕਸਪਲੋਰਿੰਗ ਆਊਗਾ ਸਰ, ਫਸਟ ਐਕਸਪਲੋਰਿੰਗ, ਸਰ ਦੀ ਪੜਤਾਲ ਕਰਨਾ ਜਿਵੇਂ ਨਾ ਸਰ। ਕਹਿੰਦੇ ਜਿਹੜੇ 2 ਫਿਜ਼ੀਸ਼ੀਅਨ ਦਾ ਮੀਨਿੰਗ ਪਤਾ ਸੀਗਾ? ਬਹੁਤ ਅੱਛਾ, ਸਰੀਰਕ ਦਾ ਸਰ। ਫਿਜ਼ੀਸ਼ੀਅਨਸ ਹੁੰਦੇ ਨੇ ਡਾਕਟਰਸ, ਪੁੱਛ ਲਿਆ ਕਰੋ। 2 ਡਾਕਟਰਸ, ਠੀਕ ਹੈ, ਜਿਹੜੇ ਹਸਪੀਟਲ ਦੇ ਵਿੱਚ ਬੋਸਟਨ ਤੇ ਹਾਰਵਰਡ ਦੇ ਵਿੱਚ, ਉਹ ਕੀ ਕਰ ਰਹੇ ਨੇ, ਹੈਵ ਬੀਨ, 2 ਆਪਸ਼ਨ ਆ ਸਕਦੇ, ਡਿਵੈਲਪਿੰਗ ਤੇ। ਅੱਛਾ, ਡਾਕਟਰ ਕੀ ਹੈ, ਡਿਵੈਲਪ ਨਹੀਂ ਕਰ ਰਹੇ ਨੇ ਜਵਾਕਾਂ ਦਾ ਬ੍ਰੇਨ ਜਾਂ ਕਿਸੇ ਦਾ ਵੀ ਬ੍ਰੇਨ ਡਿਵੈਲਪ ਨਹੀਂ ਕਰਦੇ। ਚਲੋ ਤਾਂ ਪਰਮਾਤਮਾ ਦੀ ਦੇਣ ਹੈ ਨਾ। ਤਾਂ ਆਪਾਂ ਕੀ ਕਰ ਸਕਦੇ ਸੀਗੇ, ਡਿਵੈਲਪ ਨਹੀਂ ਕਰ ਸਕਦੇ, ਪੜਤਾਲ ਤਾਂ ਕਰ ਸਕਦੇ ਹਾਂ ਵੀ ਦਿਮਾਗ ਵਿੱਚ ਹੈ ਕੀ ਕੁਛ ਹੈ, ਉਹ ਯੂਨੀਕ ਸਟਰਕਚਰ ਹੈ ਕਿਹੇ ਜੀ। ਅੱਗੇ ਕੈਮਿਸਟਰੀ ਆਫ ਦਾ ਡੈਸ਼ ਬ੍ਰੇਨ, ਕੈਮਿਸਟਰੀ ਕਿੰਨਾ ਦੀ, ਡੈਸ਼ ਬ੍ਰੇਨ ਦੀ। ਹੁਣ ਤੁਸੀਂ ਵੈਸੇ ਐਲੀਮੀਨੇਟ ਮੈਥਡ ਦੇ ਅਕੋਰਡਿੰਗ
ब्रेन ਦੇ ਨਾਲ ਜੋੜ ਕੇ ਦੇਖੋ ਕੀ ਜੁੜਦਾ ਹੋਊਗਾ। ਕੰਟਰੈਕਟ ਬ੍ਰੇਨ, ਕੈਮੀਕਲ ਬ੍ਰੇਨ, ਐਕਸਪਲੋਰ ਬ੍ਰੇਨ, ਡਿਵੈਲਪਿੰਗ ਬ੍ਰੇਨ, ਕਿਹੜਾ ਬ੍ਰੇਨ ਜੁੜ ਸਕਦਾ? शार्प ब्रेन, ठीक है। ਹੋਰ ਕੋਈ ਦੱਸੋ? ਸ਼ਾਰਪ ਕਿਸੇ ਨੂੰ ਲੱਗਦਾ ਹੈ? ਹੋਰ ਕਿਸੇ ਨੂੰ? अडल्ट ਆਪਸ਼ਨ ਤਾਂ अडल्ट ਪੂਰਾ ਸ਼ਾਰਪ ਹੋਊਗੀ। ਇੱਕ ਅਡਲਟ ਕਹਿ ਰਹੇ ਹੋ ਤੁਸੀਂ, ਠੀਕ ਹੈ। ਹੋਰ ਕੁਝ ਲੱਗਦਾ ਹੋਊਗਾ? अडल्ट पे शार्प ਦੇਖੋ ਉਹਨਾਂ ਨੇ ਜਦੋਂ ਵੀ ਇਹ ਗੱਲ ਕੀਤੀ ਸੀ ਨਾ, ਇੱਕ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿੰਨਾ ਦਾ ਬ੍ਰੇਨ ਚੈੱਕ ਕਰ ਰਹੇ ਸੀਗੇ। ਚਿਲਡਰਨ ਹਸਪੀਟਲ ਤਾਂ ਕਹਿਤਾ, ਐ ਨਹੀਂ ਦੱਸਿਆ ਜਵਾਕਾਂ ਬਾਰੇ ਗੱਲ ਕਰ ਰਹੇ ਆ। ਤਾਂ ਇੱਥੇ ਕੀ ਆਨਸਰ ਹੁਣ ਕਿਹੜੇ ਬੰਦਿਆਂ ਦਾ ਕਿ ਬੱਚਿਆਂ ਦਾ, ਉਹ ਆਨਸਰ ਚ ਆਊਗਾ। ਇਹ 'ਚ ਅਡਲਟ ਦਾ ਮੀਨਿੰਗ ਕੀ ਹੁੰਦਾ? 18 ਤੋਂ ਪਲੱਸ ਵਾਲੇ ਬੱਚਿਆਂ ਦਾ। ਪਰ 18 ਤੋਂ ਪਲੱਸ ਵਾਲੀ ਤਾਂ ਗੱਲ ਹੀ ਨਹੀਂ ਕੀਤੀ ਉਹਨਾਂ ਨੇ। ਸ਼ੁਰੂ ਵੀ ਗੱਲ ਕਿੱਥੋਂ ਕੀਤੀ ਸੀਗੀ? ਇੱਥੋਂ। ਕੁਐਸਚਨ ਦੇ ਵਿੱਚ ਵੀ ਉਹਨਾਂ ਨੇ ਕਿੱਥੇ ਟੀਨ ਦੇ ਬਾਰੇ ਗੱਲ ਕੀਤੀ। ਤਾਂ ਮਤਲਬ ਕਿ ਉਹ ਅਡਲਟ ਬਾਰੇ ਤਾਂ ਗੱਲ ਹੀ ਨਹੀਂ ਕਰ ਰਹੇ। ਕਿਹਦੇ ਬਾਰੇ ਕਰ ਰਹੇ ਨੇ? 13 ਤੋਂ 19 ਸਾਲ। ਇਹਦਾ ਮੀਨਿੰਗ ਕੀ ਸੀਗਾ? ਛੋਟੇ ਬੱਚੇ ਜਾਂ ਅਡੋਲਸੈਂਟ, ਜਿਹੜੀ ਕਿਸ਼ੋਰ ਉਮਰ ਹੈ, ਛੋਟੀ ਉਮਰ। ਫਿਰ ਇੱਥੇ ਸ਼ਾਰਪ ਬ੍ਰੇਨ ਨਹੀਂ ਆਇਆ, ਠੀਕ ਹੈ, ਯਾਦ ਰੱਖਿਓ। The teenage brain is not just an adult brain with fewer miles on it. ਪ੍ਰੋਫੈਸਰ ਨਿਊਰੋਲੋਜੀ ਹੁਣ ਇੱਥੇ ਪੜ੍ਹਨਾ, ਇਹਦਾ ਆਨਸਰ ਇੱਥੇ ਆਊਗਾ। ਪੈਰਾਡੌਕਸੀਕਲ ਟਾਈਮ ਕਿਹੜਾ ਹੁੰਦਾ ਹੈ? विरोधता, विरोधिपक्ष, प्रतिपक्ष is a time of construction। ਚਲੋ ਪੈਰਾਡੌਕਸੀਕਲ ਟਾਈਮ ਉਹ ਵਾਲਾ ਟਾਈਮ ਹੈ ਜਦੋਂ ਆਪਾਂ ਵੀ ਕੀ ਆਪਦਾ ਨਾ ਬੈਕ ਜਾਓ ਸਾਰੇ ਜਾਣੇ। ਜਦੋਂ ਤੁਸੀਂ 13 ਤੋਂ 19 ਸਾਲ ਦੇ ਸੀਗੇ ਤਾਂ ਤੁਹਾਨੂੰ ਘਰਦਿਆਂ ਨੇ ਕਿ ਹਰ ਇੱਕ ਕੰਮ ਵੇਲੇ ਰੋਕਿਆ ਹੋਊਗਾ, ਨਾ ਇੱਧਰ ਨਹੀਂ ਜਾਣਾ, ਉੱਧਰ ਨਹੀਂ ਜਾਣਾ, ਆਹ ਕੰਮ ਨਾ ਕਰ, ਇੱਧਰੋਂ ਬਚ, ਉੱਧਰੋਂ ਬਚ। ਪਰ ਆਪਾਂ ਉਦੋਂ ਕੀ ਕਰਦੇ ਸੀ? ਵਿਰੋਧ ਕਰਦੇ ਹੁੰਦੇ ਸੀ ਉਹਨਾਂ ਦਾ ਕਿ ਨਹੀਂ ਬਈ ਅਸੀਂ ਸਹੀ ਹਾਂ, ਤੁਸੀਂ ਗਲਤ ਹੋ। ਪਰ ਉਹ ਘਰਦਿਆਂ ਨੂੰ ਪਤਾ ਸੀ ਜਿਹੜਾ ਵਿਰੋਧ ਕਰ ਰਹੇ ਹਾਂ ਆਪਾਂ, ਸਿਰਫ ਉਹੀ ਸਮਾਂ ਸੀਗਾ ਜਦੋਂ ਕੀ ਹੈ ਹਰ ਇੱਕ ਬੱਚੇ ਦੀ ਕੀ ਡਿਵੈਲਪਮੈਂਟ ਹੋਣੀ ਹੈ। ਉਹੀ ਸਮਾਂ ਜਿਹਦੇ ਕੀ ਹੈ ਡਿਵੈਲਪਮੈਂਟ ਹੋਣੀ ਹੈ। ਲਾਸਟ ਵਿੱਚ ਤੁਸੀਂ ਦੁੱਧ ਲਗਾਓ ਪੜ੍ਹ ਕੇ। There are people शार्प ब्रेन, शार्प ही है ਜਮਾਂ ਸਹੀ ਹੈ। ਬ੍ਰੇਨ ਦੇ ਨਾਲ ਕੀ ਹੈ? ਸ਼ਾਰਪ ਜੁੜ ਰਿਹਾ, ਪਰ ਉੱਪਰ ਵਾਲੇ ਬ੍ਰੇਨ ਨਾਲ ਨਹੀਂ ਜੁੜਿਆ ਸੀਗਾ। ਆਨਸਰ ਚੈੱਕ ਕਰੋ, ਠੀਕ ਹੈ। ਅੱਛਾ, ਹੁਣ ਜਿੰਨਾ ਤੁਹਾਨੂੰ ਨਾ ਫੋਟੋਜ਼ ਭੇਜੀਆਂ ਹੋਈਆਂ ਨੇ ਮੈਂ, ਉਹ ਫੋਟੋਜ਼ ਓਪਨ ਹੋ ਸਕਦੀਆਂ? ਦੇਖਿਓ ਫੋਨ 'ਤੇ, ਨਾਲ ਮੇਰੀ ਗੱਲਾਂ ਵੀ ਸੁਣੀ ਚੱਲੋ, ਨਾਲ ਉਹ ਫੋਟੋ ਓਪਨ ਕਰ ਲਓ। ਜਦੋਂ ਹੋ ਗਿਆ ਦੱਸ ਦਿਓ ਮੈਨੂੰ। ਇੱਕ ਸੀਗੀ ਜਿਹਦੇ 'ਚ ਲਿਖਿਆ ਹੋਊਗਾ ਡ੍ਰੀਮ ਇੰਗਲਿਸ਼ ਬੁੱਕਲੈਟ, ਉਹ ਵਾਲੀ ਫੋਟੋ ਪੱਕਾ ਚੱਕ ਲਓ, ਜਿਹ 'ਚ ਲਿਖਿਆ ਟਾਸਕ ਸਟ੍ਰੈਟਜੀ ਬੋਥ ਟਾਈਪਸ ਆਫ ਰੀਡਿੰਗ ਫਿਲ ਇਨ ਦੀ ਬਲੈਂਕਸ ਆਰ ਬੇਸਡ ਔਨ। ਖੋਲ੍ਹਿਆ ਜੀ? ਹਾਂਜੀ। ਓਕੇ, ਉਹਦੇ ਵਿੱਚ ਨਾ ਪਹਿਲੇ ਨੰਬਰ 'ਤੇ ਉਹਨਾਂ ਨੇ ਲਿਖਿਆ ਕਿ ਕੋਲੋਕੇਸ਼ਨਸ 60% ਆਫ ਬਲੈਂਕਸ, ਠੀਕ ਹੈ। ਅੱਛਾ, ਕਹਿੰਦੇ ਕੋਲੋਕੇਸ਼ਨ ਦਾ ਮੀਨਿੰਗ ਕਿਵੇਂ ਸਮਝਾਤਾ ਉਹਨਾਂ ਨੇ? ਇੱਕ ਦਾ ਕੋ ਦਾ ਮਤਲਬ ਹੋ ਗਿਆ ਕੰਬਾਈਨ, ਲੋਕੇਸ਼ਨ ਦਾ ਮਤਲਬ ਏਰੀਆ, ਠੀਕ ਹੈ। ਅੱਛਾ, ਹੁਣ ਇਹ ਪਹਿਲੇ ਕੁ ਮੀਨਿੰਗ ਇਹ ਗੱਲ ਹੋਊਗੀ ਕਿ ਜਿਹੜੇ ਆਨਸਰ ਆਉਣਗੇ ਫਿਲ ਇਨ ਦੀ ਬਲੈਂਕਸ ਦੇ ਵਿੱਚ, ਉਹ 60% ਕੋਲੋਕੇਸ਼ਨ ਦੇ ਨਾਲ ਆਉਣਗੇ। ਕੋਲੋਕੇਸ਼ਨ ਦਾ ਮੀਨਿੰਗ ਹਜੇ ਵੀ ਨਹੀਂ ਸਮਝਿਆ? ਕੋਈ ਟੈਨਸ਼ਨ ਨਹੀਂ। ਮੀਨਿੰਗ ਕੀ ਉਹਦਾ ਕਿ ਜਦੋਂ ਤੁਸੀਂ ਆਨਸਰ ਲਗਾਓਗੇ ਨਾ, ਤੁਸੀਂ ਸੈਂਸ ਬੇਸ ਆਨਸਰ ਲਗਾਉਣੇ ਆ। ਮਤਲਬ ਜਦੋਂ ਆਪਾਂ ਸ਼ੁਰੂ ਕਰਨਾ ਯੂਰ ਟੀਨੇਜ ਡਾਟਰ ਗੈਟਸ ਟੌਪ ਮਾਰਕਸ, ਆਪਾਂ ਨੂੰ ਜਦੋਂ ਤੱਕ ਕਿ ਉਹਦੀ ਸੈਂਸ ਨਹੀਂ ਪਤਾ ਲੱਗ ਰਹੀ, ਉਹ ਕਹਿਣਾ ਕੀ ਚਾਹ ਰਿਹਾ, ਉਦੋਂ ਤੱਕ ਆਨਸਰ ਨਹੀਂ ਆਉਣਗੇ। ਅਤੇ ਕੋਈ ਵੀ ਆਨਸਰ ਇਹਦੇ ਵਿੱਚ ਗ੍ਰਾਮਰ ਬੇਸ ਨਹੀਂ ਆ ਰਿਹਾ ਜ਼ਿਆਦਾ। ਚੈੱਕ ਕਰੋ, ਨੀਚੇ ਲਿਖਿਆ ਉਹਨਾਂ ਨੇ ਦੋਜ਼ ਟੂ ਵਰਡਸ ਵਿਚ ਵੁੱਡ ਕਮ ਟੂਗੈਦਰ ਇਨ ਮੋਸਟ ਕੇਸਿਸ ਨੋਨ ਐਜ਼ ਕੋਲੋਕੇਸ਼ਨ ਐਂਡ ਗ੍ਰਾਮਰ ਬੇਸ ਹੋਣਗੇ 20, 10% ਹੋਣਗੇ ਟੈਂਸਿਸ, ਜਨਰਲ ਇੰਗਲਿਸ਼ ਜ਼ਰੂਰ 10%। ਇਹਨਾਂ ਨੇ 40% ਕਿਹਾ, ਮੈਂ ਸਿਰਫ 20% ਕਹੂੰਗਾ ਕਿ ਗ੍ਰਾਮਰ, ਟੈਂਸ ਅਤੇ ਜਨਰਲ ਇੰਗਲਿਸ਼ ਜਿਹੜੀ ਹੋਊਗੀ 20% ਆਨਸਰ ਆਪਣੇ ਉੱਥੋਂ ਆਉਣਗੇ। ਤਾਂ ਅਗਰ ਤੁਹਾਨੂੰ ਗ੍ਰਾਮਰ ਨਹੀਂ ਵੀ ਆਉਂਦੀ ਤਾਂ ਆਨਸਰ ਲਗਾ ਸਕਦੇ ਤੁਸੀਂ। ਤਾਂ ਆਨਸਰ ਲੱਗਣਗੇ ਕਿੱਥੋਂ? ਮੇਨ ਸਿਰਫ ਹੀ ਸਿਰਫ ਵੋਕੈਬਲਰੀ ਕਰਕੇ ਜਾਂ ਲਾਈਨ ਸਮਝ ਆ ਜੇ। ਨੀਚੇ ਮੈਥਡ ਵੀ ਦੱਸਿਆ ਉਹਨਾਂ ਨੇ, ਰੀਡ ਦ ਫਸਟ ਸੈਂਟੈਂਸ ਆਫ ਪੈਰਾਗ੍ਰਾਫ ਟੂ ਅੰਡਰਸਟੈਂਡ ਦ ਮੇਨ ਆਈਡੀਆ। ਪਹਿਲਾਂ ਤਾਂ ਆਪਾਂ ਲਾਈਨ ਸਮਝਾਂਗੇ ਪਹਿਲੀ ਪੜ੍ਹ ਕੇ, ਹਾਂ ਯਾਰ ਕਹਿਣਾ ਕੀ ਚਾਹੁੰਦਾ ਉਹ ਪਤਾ ਲੱਗ ਗਿਆ ਸੀ ਆਪਾਂ ਨੂੰ, ਹੈ ਨਾ। ਚੈੱਕ ਦਾ ਫਲੋ, ਫਿਰ ਚੈੱਕ ਕਰੋ ਵੀ ਉਹ ਕੀ ਹੈ, ਪੋਜ਼ੀਟਿਵ ਨੈਗੇਟਿਵ ਵਿੱਚ ਜਾਂ ਬੋਥ ਦੋਨੇ ਚੀਜ਼ਾਂ ਆ ਰਹੀਆਂ, ਕੀ ਚੀਜ਼ ਚੱਲ ਰਹੀ ਹੈ। ਜੇ ਤਾਂ ਸਾਰਾ ਪੋਜ਼ੀਟਿਵ ਹੈ ਤਾਂ ਸਾਰੇ ਆਪਸ਼ਨ ਕੀ ਆਪਾਂ ਪੋਜ਼ੀਟਿਵ ਲਗਾਵਾਂਗੇ। ਅਗਰ ਉਹ ਨੈਗੇਟਿਵ ਚੱਲਦਾ, ਸਾਰੇ ਆਪਸ਼ਨ ਨੈਗੇਟਿਵ ਚੱਲਣਗੇ। ਕਈ ਵਾਰੀ ਦੋਨੇ ਚੀਜ਼ਾਂ ਹੁੰਦੀਆਂ ਨੇ ਵੀ ਹਾਂ ਮੈਂ ਪੋਜ਼ੀਟਿਵ ਵੀ ਰਹੂੰਗਾ, ਨੈਗੇਟਿਵ ਵੀ ਰਹੂੰਗਾ, ਦੋਨੇ ਆਨਸਰ ਲਗਾਵਾਂਗੇ। ਰੀਡ 4 ਬਿਫੋਰ ਦਾ ਬਲੈਂਕ, 4 ਵਰਡ ਆਫਟਰ ਦਾ ਬਲੈਂਕ। ਜਦੋਂ ਵੀ ਆਪਾਂ ਲਾਈਨ ਪੜ੍ਹਨੀ ਉਹਦੇ ਆਸੇ ਪਾਸੇ ਮਤਲਬ ਜ਼ਰੂਰ ਪੜ੍ਹਨਾ ਹੈ। ਡੂ ਫਿਲ ਇਨ ਦੀ ਬਲੈਂਕ ਵਿਦ ਕੋਲੋਕੇਸ਼ਨ ਫਸਟ। ਪਹਿਲਾਂ ਤਾਂ ਕੀ ਹੈ, ਸੈਂਸ ਬੇਸ ਆਨਸਰ ਲਗਾਓ। ਉਸ ਤੋਂ ਬਾਅਦ ਅਗਰ ਲੱਗੇ ਕਿ ਆਨਸਰ ਸੈਂਸ ਬੇਸ ਨਹੀਂ ਆ ਰਿਹਾ, ਫਿਰ ਤੁਸੀਂ ਕੀ ਗ੍ਰਾਮਰ ਯੂਜ਼ ਕਰਕੇ ਦੇਖ ਲਓ, ਠੀਕ ਹੈ। ਇੰਨੀ ਇੱਕ ਚੀਜ਼ ਇਹ ਹੋ ਗਈ।
ਅੱਗੇ ਉਹਨਾਂ ਨੇ ਨੀਚੇ ਲਿਖਿਆ ਸੁਪਰ ਕੁਇਕ ਥਿੰਗਸ ਅਬਾਊਟ ਗ੍ਰਾਮਰ ਟੂ ਰਿਮੈਂਬਰ ਯੂ ਰੀਡਿੰਗ। ਅੱਛਾ ਮੈਂ ਤੁਹਾਨੂੰ ਕੀ ਹੋਰ ਚੀਜ਼ਾਂ ਵੀ ਨੀਚੇ ਕਿ ਗ੍ਰਾਮਰ ਬੇਸ ਲਿਖ ਕੇ ਭੇਜੀਆਂ ਹੋਈਆਂ ਨੇ, ਅਗਰ ਯਾਦ ਰਹਿੰਦੀਆਂ ਤਾਂ ਵਧੀਆ ਗੱਲ ਹੈ, ਨਹੀਂ ਤਾਂ ਫਿਰ ਕੋਈ ਨਹੀਂ ਆਪਾਂ ਸੈਂਸ ਬੇਸ ਲਗਾਈ ਚੱਲਾਂਗੇ। ਇਫ ਯੂ ਸੀ ਦਾ ਵਰਡ ਆਫਟਰ ਦਾ ਬਲੈਂਕ, ਬਲੈਂਕ ਤੋਂ ਬਾਅਦ ਅਗਰ ਤੁਹਾਨੂੰ ਕੀ ਹੈ ਬਾਏ ਮਿਲ ਜੇ ਤਾਂ ਤੁਸੀਂ ਆਪਸ਼ਨ ਕੀ ਹੈ ਐਂਡਿੰਗ ਵਿਦ ਈਡੀ ਦੇ ਨਾਲ ਯੂਜ਼ ਕਰ ਸਕਦੇ ਹੋ। ਇਫ ਦੇਰ ਆਰ ਟੂ ਆਪਸ਼ਨ ਵਿਦ ਈਡੀ ਦੈਨ ਯੂਜ਼ ਪੋਜ਼ਿਟਿਵ ਨੈਗੇਟਿਵ ਸੈਂਸ ਪੈਰਾਗ੍ਰਾਫ। ਅਗਰ ਕੀ ਆ ਆਪਸ਼ਨ ਦੇ ਵਿੱਚ ਈਡੀ ਜ਼ਿਆਦਾ ਆ ਰਿਹਾ ਤਾਂ ਪੋਜ਼ਿਟਿਵ ਨੈਗੇਟਿਵ ਸੈਂਸ ਚੈੱਕ ਕਰੋਗੇ। ਅਗਰ ਵਰਡ ਦੇ ਬਲੈਂਕ ਦੀ ਐਂਡ ਦੇ ਵਿੱਚ ਕੀ ਹੈ ਈਡੀ ਆ ਰਿਹਾ ਤਾਂ ਤੁਸੀਂ ਕੀ ਚੈੱਕ ਕਰੋਗੇ ਫਰੋਮ ਬਾਏ ਤੋਂ ਬਾਅਦ ਥਿੰਕ ਕੰਟਰੀ ਜਾਂ ਹਿਊਮਨ ਦਾ ਨਾਮ ਲਾ ਸਕਦੇ ਹੋ। ਫਰੋਮ ਤੋਂ ਬਾਅਦ ਤਾਂ ਕੀ ਥਿੰਕ ਕੰਟਰੀ ਵੀ ਆਊਗੀ, ਬਾਏ ਤੋਂ ਬਾਅਦ ਹਿਊਮਨ ਲਾ ਸਕਦੇ। ਇਨਟੂ ਤੋਂ ਬਾਅਦ ਕੀ ਸੈਕਸ਼ਨ ਕਿ ਡਿਵਾਈਡ ਕੀਤਾ ਗਿਆ ਸੈਕਸ਼ਨ ਕਿੰਨੇ ਹਿੱਸਿਆਂ ਦੇ ਵਿੱਚ, ਬਾਈ ਤੋਂ ਬਾਅਦ ਫਿਰ ਹਿਊਮਨ ਆ ਸਕਦਾ। ਇੱਕ ਯਾਦ ਰੱਖੋ ਨਿੱਕੀ ਜੀ ਗੱਲ ਹੈ ਇਜ਼ ਐਮ ਆਰ ਵਾਜ਼ ਵਰ, ਇਹਦੇ ਨਾਲ ਆਈਐਨਜੀ ਵੀ ਲੱਗ ਸਕਦਾ, ਇਹਦੇ ਨਾਲ ਕਿ ਈਡੀ ਵੀ ਲੱਗ ਸਕਦਾ। ਠੀਕ ਹੈ, ਅਗਰ ਆਈਐਨਜੀ ਤਾਂ ਲੱਗੂਗਾ ਅਗਰ ਐਕਟਿਵ ਹੋਇਆ, ਉਹ ਆਪਾਂ ਨੂੰ ਸਮਝਣ ਦੀ ਲੋੜ ਨਹੀਂ ਕਿ ਜਾਂ ਈਡੀ ਵੀ ਲੱਗ ਸਕਦਾ। ਬਸ ਇੰਨੀ ਗੱਲ ਧਿਆਨ 'ਚ ਰੱਖੋ। ਹੁਣ ਦੱਸੋ ਇੰਨੀ ਗੱਲ ਸਮਝ ਆ ਗਈ? ਹੁਣ ਵਾਪਸ ਆਓ ਸਕਰੀਨ 'ਤੇ, ਆ ਗਏ ਜਿੱਥੇ ਰੀਡਿੰਗ ਸੀ ਆਪਣੀ, ਆ ਗਏ ਉੱਥੇ? ਹਾਂਜੀ। ਅੱਛਾ ਇਹ ਸਾਰੇ ਦੇ ਵਿੱਚੋਂ ਮੈਨੂੰ ਦੱਸਿਓ ਮੈਂ ਕਿੰਨੇ % ਤੁਹਾਨੂੰ ਇਹ ਦੱਸਿਆ ਕਿ ਗ੍ਰਾਮਰ ਸੀਗੀ, ਇਹਦੇ ਵਿੱਚ ਗ੍ਰਾਮਰ ਰੂਲ ਲੱਗੂਗਾ, ਕਿਹੜੀ ਦੱਸੀ ਇਹ 'ਚ? ਕਿਹੜਾ ਆਂਸਰ ਲਵਾਇਆ ਮੈਂ ਗ੍ਰਾਮਰ ਬੇਸ? ਸਿਰਫ ਇੱਕ ਥਾਂ ਤੇ ਆ ਕੇ ਗਿਆ ਮੈਂ, ਹੈਵ ਬੀਨ ਤੋਂ ਬਾਅਦ ਆਈਐਨਜੀ ਲੱਗ ਸਕਦਾ ਹੁੰਦਾ, ਤੁਸੀਂ ਲਗਾ ਸਕਦੇ ਹੋ। ਹੋਰ ਮੈਂ ਨਾ ਪਹਿਲੇ 'ਚ ਬੋਲਿਆ ਮੈਂ, ਨਾ ਤੀਜੇ ਨਾ ਚੌਥੇ ਨਾ ਪੰਜਵੇਂ, ਸਾਰੇ ਮੈਂ ਕੀ ਹੈ ਕਹਾਣੀ ਦੇ ਅਕੋਰਡਿੰਗ ਆਂਸਰ ਲਵਾਏ ਤੁਹਾਡੇ ਤੋਂ। ਠੀਕ ਹੈ, ਹਾਂਜੀ ਕਿ ਨਾ ਜੀ? ਹਾਂਜੀ ਠੀਕ ਹੈ। ਹੁਣ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਬਸ ਪਹਿਲਾਂ ਪੜ੍ਹਨ ਵੇਲੇ ਬਸ ਆਂਸਰ ਤੁਸੀਂ ਕੀ ਕਹਾਣੀ ਦੇ ਅਕੋਰਡਿੰਗ ਚੱਲੀ ਜਾਣੇ ਆ, ਸੈਂਸ ਸਮਝ ਲਓ ਵੀ ਕਹਿਣਾ ਕੀ ਚਾਹੁੰਦਾ ਉਹ। ਦੇਖ ਲਿਆ ਆਂਸਰ? ਨੈਕਸਟ ਕਰ ਲਈਏ? ਹਾਂਜੀ ਮੈਂ ਤੁਹਾਡੇ ਤੇ ਆਂਸਰ ਲਾਉਣੇ ਆ, ਭੁੱਲ ਨਾ ਜਾਇਓ। ਜਲਦੀ ਤੋਂ ਜਲਦੀ ਕੀ ਆ ਔਖੇ ਔਖੇ ਅੱਖਰ ਲੱਭੋ ਇਹ 'ਚੋਂ ਤੇ ਲਿਖਣੇ ਸਟਾਰਟ ਕਰੋ। ਨਿੱਕੇ ਤੋਂ ਨਿੱਕਾ ਅੱਖਰ ਹੋਵੇ ਤੁਸੀਂ ਕੀ ਕਾਪੀ 'ਤੇ ਨੋਟ ਕਰੋ। ਅਗਰ ਨਹੀਂ ਸਮਝ ਆ ਰਿਹਾ ਪਹਿਲਾਂ ਤਾਂ ਗੂਗਲ ਕਰ ਲਓ, ਵੈਸੇ ਤਾਂ ਮੈਂ ਨਾਲ ਵੀਡੀਓ ਦੱਸ ਹੀ ਦਊਂਗਾ, ਨਹੀਂ ਤਾਂ ਤੁਸੀਂ ਕੀ ਮੈਨੂੰ ਕਮੈਂਟ ਸੈਕਸ਼ਨ ਦੱਸ ਦਿਓ, ਮੈਂ ਅੱਖਰਾਂ ਦਾ ਮੀਨਿੰਗ ਦੱਸ ਦਊਂਗਾ। ਲਿਖੋ ਲਿਖੋ ਜਲਦੀ ਜਲਦੀ ਵਰਡਸ ਔਖੇ ਔਖੇ ਡਿਫਿਕਲਟ ਵਰਡਸ ਲਿਖ ਲਓ। YouTube ਵਾਲੇ ਦੇਖਣ ਵਾਲੇ ਪੌਜ਼ ਕਰ ਲਿਓ, ਫਿਰ ਹੀ ਤੁਹਾਨੂੰ ਪਤਾ ਲੱਗੂਗੀ। ਮੈਂ ਪੌਜ਼ 'ਤੇ ਐਡਿਟ ਕਰ ਦਿਆ ਕਰੂੰਗਾ ਇੱਥੋਂ ਜੀ। ਪਹਿਲਾ ਅੱਖਰ ਪੁੱਛੋ ਜੀ। ਪੁੱਛੋ ਕਿਹੜਾ ਅੱਖਰ ਹੈ? ਸਪੈਲਿੰਗ ਬੋਲ ਦੋਗੇ? SENSIVL ਆਹ ਅੱਖਰ ਸੀਗਾ ਬੀ ਬੈਂਸਰ। ਸਮਝਦਾਰੀ ਦੇ ਨਾਲ Sir, Disney, DIZZYING. evidence Disney, DIZZYING. dizzying ਚੱਕਰ ਚੱਕਰ। Sir, UNADO. Unadorned. ਇੱਕ ਮਿੰਟ ਇਹ ਨਾ ਲਿਖਿਓ ਨਾ ਦੱਸਦਾ ਇੱਕ ਮਿੰਟ। ਹੁਣ ਦੇਖੋ ਜਿਹੜੀ ਅਨਆਰਡਰਡ ਮੈਥਡ ਹੁੰਦਾ ਪਲੇਨ, ਸਿਰਫ ਆਰਡਰਡ ਦਾ ਮੀਨਿੰਗ ਕੀ ਸੀਗਾ? ਸਜਾਣਾ, ਤੇ ਅਨਆਰਡਰਡ ਹੋ ਗਿਆ ਪਲੇਨ, ਮਤਲਬ ਉਹਦਾ ਹੋ ਗਿਆ ਨਾ ਸਜਾਏ ਹੋਏ ਅੱਖਰ। ਪਲੇਨ ਚਾਰਜ ਡਾਊਨ ਨਾਰਮਲ ਕੋਈ ਵੀ ਵਿਦਾਊਟ ਸਜਾਏ ਹੋਏ ਅੱਖਰ। ਹਾਂਜੀ Ornatiness. ਸਪੈਲਿੰਗ ਦੱਸੋ ਮੈਨੂੰ। ORNA. ਫੋਰੇਟਨੈਸ, ਸਾਰੀ ਅੰਗਰੇਜ਼ੀ ਸਜਾਵਟ, ਇਹ ਹੁੰਦਾ ਸਜਾਵਟ। स्पेयर लिखा सर, SPARE। स्पेयर वाधू फालतू।
फ्लोरिश सर फ्लोरिश। FLORISH नहीं जी? हाँ जी सर सर फुल ਹੁੰਦਾ सर। हाँ जी खिलना भी हो सकता है। हिस्टोरिकल Scribe, sir, ग्रो scribe. डेवलप खिड़ना हो गया जिਵੇਂ ग्रो करना। ਖੇਡਣਾ ਖੇਡਣਾ ਖੇਡਣਾ। स्ट्रीविंग सर स्ट्रीविंग STRIV Scribe. ਇਹਦਾ ਮੀਨਿੰਗ ਲਿਖੋ ਕੋਸ਼ਿਸ਼। Scribe. ਕੋਸ਼ਿਸ਼। स्लीप ਇਹਦਾ Slave ਗੁਲਾਮ। ਮੇਕ ਗ੍ਰੇਟ ਐਫਰਟਸ ਕੋਈ ਵੀ ਚੀਜ਼ ਟਰਾਈ ਕਰੇ ਜੀ। ਹੋਰ ਕਿਹੜਾ ਕਰ ਦਿਆ? स्लीप ਸਲੇਵ हाँ जी SLAV देखो Componenting. 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 ABANDON है ना। हाँ जी sir. ਛੱਡ ਦੇਣਾ ਛੱਡ ਦੇਣ। त्याग देना ਛੱਡ देना। डन। और क्या कर कन्वेइंग Sir, historical. RHETORICAL. ਇਹਦੇ ਨਾਲ ਹੀ ਅੱਖਰ ਸੀਗਾ ਉਹ फ्लोरिश हाँ जी sir. Flourish ਇਹਦੇ ਨਾਲ ਹੀ ਸੀ sir. ਇਹ ਇਕੱਠਿਆਂ ਦਾ ਮੀਨਿੰਗ ਪੜੋ ਇਹਨਾਂ ਦਾ। ਕੰਸਰਨ ਵਿਦ ਇਫੈਕਟ ਔਰ ਸਟਾਈਲ ਰੈਦਰ ਦੈਨ ਕੰਟੈਂਟ ਔਰ ਮੀਨਿੰਗ। ਕਈ ਵਾਰੀ ਨੇ ਕਿ ਕਵਿਤਾਵਾਂ ਦੇ ਵਿੱਚ ਜਾਂ ਕਈ ਗਾਣਿਆਂ ਦੇ ਵਿੱਚ ਜਿਹੜੇ ਕਿ ਲਾਸਟ ਲਾਈਨ ਜਿਹੜੀ ਉਹਨੂੰ ਵੈਸੇ ਬੋਲੀ ਜਾਂਦੇ ਰਹਿੰਦੇ ਨੇ ਤੇ ਮਤਲਬ ਉਹਦਾ ਮੀਨਿੰਗ ਨਹੀਂ ਹੁੰਦਾ ਵੀ ਇਕੱਲੇ ਅੱਖਰ ਨੂੰ ਕੀ ਬੋਲੀ ਜਾਂਦੇ ਰਹਿੰਦੇ ਨੇ ਤਾਂ ਉਹ ਹੁੰਦਾ ਇਹਦਾ ਫਲੋਰਿਸ਼। ਜਾਂ ਫਿਰ ਐਂ ਸਮਝ ਲਓ ਉਹਨੂੰ ਕਿ ਕਈ ਅੱਖਰ ਜਾਂ ਕਈ ਲਾਈਨਾਂ ਜਾਂ ਕਈ ਕਨਸੈਪਟ ਕੀ ਹੈ ਵਿਦਾਊਟ ਉਹਨਾਂ ਨੇ ਮੀਨਿੰਗ ਤੋਂ ਵੀ ਪਾਏ ਹੁੰਦੇ ਨੇ। ਹੋਰ ਕੋਈ ਅੱਖਰ ਪੁੱਛੋ ਜੀ। ਕੰਟੈਂਟ ਸਰ। कंटेंट ਹੈ ਕਿ ਹੋਰ ਕੀ कंटेंट नहीं सर CO ਨੋ ਸਰ ਕੰਪੀਟੈਂਟ ਸੀਗਾ। कॉम्पिटेंट ਕੰਪੀਟੈਂਟ ਦਾ ਮਤਲਬ ਦੇਖੋ ਕਾਬਲ। ਕੰਪੀਟੈਂਟ ਕਾਬਲ। ਕਾਬਲ। ਡਨ। ਹੋਰ ਕਿਹੜਾ ਅੱਖਰ ਹੈ? ਕੋ- ਪੁੱਛ ਲਓ ਜੀ ਪਲੀਜ਼। कन्वेइंग सर कन्वेइंग ਕਨਵੇ ਲਿਖੋ। ਕਨਵੇ ਦਾ ਮਤਲਬ ਹੁੰਦਾ ਪਹੁੰਚਾਉਣਾ। जाना ਹੋਰ ਕੋਈ ਪੁੱਛੋ ਜੀ। ਨਹੀਂ ਵਾਪਸ ਆ ਜਾਈਏ। ਬਸ ਚਲ ਫਿਰ ਆਇਓ। ਕੀ ਕਵਾਂਗੇ? ਹੈ ਕਿਹੜਾ? ਕਨਵਿੰਸਿੰਗ। CUNVNC ਆਈ ਹੈ। CING ਕਨਵਿੰਸ ਕਰਨਾ ਜਿੱਦਾਂ ਕਿਸੇ ਨੂੰ। ਕਨਵਿੰਸਿੰਗ ਹਾਂਜੀ ਬਸ ਮਨਾਉਣਾ ਯਕੀਨ ਦਿਵਾਉਣਾ। ਠੀਕ ਯਕੀਨਨ। ਹਾਂਜੀ ਨੈਕਸਟ। ਠੀਕ ਹੋਰ ਕੀ ਅੱਖਰ ਹੈਗਾ ਤਾਂ ਹੁਣੇ ਪੁੱਛ ਲਓ ਪਲੀਜ਼। ਚਲੋ ਕਾਫੀ ਅੱਖਰ ਤਾਂ ਪਿੱਛੇ ਗੁੱਡਾਂ ਦੇ ਚਲੋ ਸ਼ੁਰੂ ਕਰੀਏ। ਨਾਓ ਦੈਟ ਡਜ਼ਨਟ ਮੀਨ ਦੈਟ ਪਲੇਨੈਸ ਇਜ਼ ਦਾ ਓਨਲੀ ਗੁੱਡ ਸਟਾਈਲ। ਦੇਖੋ ਇੰਨੀ ਕੁ ਲਾਈਨ ਪੜ੍ਹ ਕੇ ਨਾ ਮੈਨੂੰ ਕੁਛ ਨਹੀਂ ਪਤਾ ਲੱਗਿਆ ਵੀ ਸੈਂਸ ਕਾਹਦੀ ਜਾਂ ਕਨਸੈਪਟ ਕੀ ਹੈ ਨਾ ਕਹਾਣੀ ਸਾਰੀ। ਤਾਂ ਹੁਣ ਕਹਿੰਦੇ ਇਹ ਨਹੀਂ ਪਤਾ ਲੱਗਿਆ ਤਾਂ ਆਪਾਂ ਥੋੜ੍ਹਾ ਜਿਹਾ ਦੂਰ ਪੜ੍ਹਦੇ ਹਾਂ। ਦੈਟ ਯੂ ਸ਼ੁੱਡ ਬਿਕਮ ਏ ਡੈਸ਼ ਟੂ ਸਪੇਅਰ। ਇੱਥੇ ਤੱਕ ਨਹੀਂ ਪਤਾ ਲੱਗਿਆ। ਜਦੋਂ ਮੈਂ ਅਗਲੇ ਅੱਖਰ ਪੜ੍ਹਿਆ ਤਾਂ ਮੈਨੂੰ ਪਤਾ ਲੱਗ ਗਿਆ ਅਨਆਰਡਰਡ ਰਾਈਟਿੰਗ। ਤਾਂ ਸਾਰੀ ਕਹਾਣੀ ਚੱਲ ਰਹੀ ਸੀ ਰਾਈਟਿੰਗ ਬਾਰੇ। ਹੁਣ ਆਪਾਂ ਦੁਬਾਰਾ ਸਾਰਾ ਸਮਝਦੇ ਹਾਂ ਕਿ ਇਹਦਾ ਮੀਨਿੰਗ ਇਹ ਨਹੀਂ ਹੈਗਾ ਕਿ ਪਲੇਨੈਸ ਕਿ ਸਿੰਪਲ ਲਿਖਣਾ ਹੀ ਕੀ ਇੱਕ ਓਨਲੀ ਗੁੱਡ ਸਟਾਈਲ ਹੈ। ਸਿਰਫ ਉਹੀ ਗੁੱਡ ਸਟਾਈਲ ਹੈ ਇਹ ਮਤਲਬ ਨਹੀਂ ਹੈਗਾ। ਜਾਂ ਫਿਰ ਯੂ ਸ਼ੁੱਡ ਬਿਕਮ ਜਾਂ ਫਿਰ ਤੁਸੀਂ ਕੀ ਬਣ ਜਾਓਗੇ ਡੈਸ਼ ਟੂ ਸਪੇਅਰ। ਡੈਸ਼ ਟੂ ਸਪੇਅਰ। ਸਪੇਅਰ ਮਤਲਬ ਵਾਧੂ ਫਾਲਤੂ ਬਣ ਜਾਓਗੇ ਨਾ ਸਜਾਈ ਹੋਈ ਰਾਈਟਿੰਗ ਦੇ। ਕੀ ਬਣ ਜਾਵਾਂਗੇ ਆਪਾਂ? ਨੀਚੇ ਦੇਖੋ ਕੀ ਬਣ ਸਕਦੇ ਹਾਂ। ਅਵੇਲੇਬਲ ਬਣਨਾ ਆਪਾਂ ਕੁਛ ਕੀ ਬਣ ਸਕਦੇ ਹਾਂ? ਸਟਰਾਈਵ ਕੋਸ਼ਿਸ਼ ਬਣ ਜਾਵਾਂਗੇ ਨਹੀਂ ਬਣ ਸਕਦੇ। ਐਕਸਪਰਟ ਬਣ ਜਾਵਾਂਗੇ। ਸਲੇਵ ਗੁਲਾਮ। ਸਲੇਵ ਦਾ ਮਤਲਬ ਕੀ ਹੁੰਦਾ? ਗੁਲਾਮ। ਗੁਲਾਮ। ਤਾਂ ਆਪਾਂ ਉਹ ਕੀ ਜਿਹੜੀ ਰਾਈਟਿੰਗ ਆਪਾਂ ਸੁਧਾਰ ਨਹੀਂ ਰਹੇ ਜਿਵੇਂ ਲਿਖ ਰਹੇ ਹਾਂ ਉਵੇਂ ਦੇ ਉਵੇਂ ਹੀ ਰੱਖ ਰਹੇ ਹਾਂ ਤਾਂ ਆਪਾਂ ਉਹਦੇ ਕੀ ਬਣ ਜਾਵਾਂਗੇ? ਵਾਧੂ ਦੇ ਗੁਲਾਮ ਬਣ ਜਾਵਾਂਗੇ। ਆਪਾਂ ਚੇਂਜ ਨਹੀਂ ਕਰ ਰਹੇ ਤਾਂ ਕਰਕੇ। ਅੱਗੇ ਕੀ ਆ? ਫਾਰਮੈਲਿਟੀ ਅਤੇ ਓਰੇਟਨੈਸ। ਜਿਹੜੀਆਂ ਥਾਵਾਂ ਦੇ ਜਿਵੇਂ ਆਪਾਂ ਨੇ ਕਈ ਸਕੂਲ ਦੇ ਵਿੱਚ ਵੀ ਕਈ ਥਾਵਾਂ 'ਤੇ ਆਪਾਂ ਸੁੰਦਰ ਲਿਖਾਈ ਦੇ ਮੁਕਾਬਲੇ ਹੁੰਦੇ ਸੀ ਜਦੋਂ ਕੰਪੀਟੀਸ਼ਨ ਹੁੰਦੇ ਤਾਂ ਆਪਾਂ ਘੁਮਾ ਫਿਰਾ ਕੇ ਅੱਖਰਾਂ ਨੂੰ ਲਿਖਦੇ ਸੀਗੇ ਚਾਹੇ ਕਿ ABC ਹੋਵੇ ਚਾਹੇ ਕੀ ਤਾਂ ਉਹ ਕੀ ਘੁਮਾ ਫਿਰਾ ਕੇ ਅੱਖਰਾਂ ਨੂੰ ਲਿਖਦੇ ਸੀ। ਉਹਨਾਂ ਦੀ ਕੀ ਅਲੱਗ ਜਗ੍ਹਾ ਸੀ। ਹੈਵ ਦੇਅਰ ਪਲੇਸ।
ਹੁਣ ਆਪਾਂ ਜੇ ਕੀ ਕਰਦੇ ਨੇ ਕਹਿਤਾ ਵੀ ਮਾੜਾ ਜਿਹਾ ਨੰਬਰ ਲਿਖੀ ਤਾਂ ਆਪਾਂ ਘੁਮਾ ਫਿਰਾ ਕੇ ਥੋੜੀ ਲਿਖਾਂਗੇ ਕੁਛ ਚੀਜ਼ ਹੈ ਨਾ। ਜੇ ਕਹਿਦਾ ਵੀ ਆਪਾਂ ਗਰੋਸਰੀ ਲੈ ਕੇ ਆਉਣੀ, ਸਮਾਨ ਲੈ ਕੇ ਆਉਣਾ, ਤਾਂ ਆਪਾਂ ਅੱਖਰਾਂ ਨੂੰ ਘੁਮਾ ਫਿਰਾ ਕੇ ਨਹੀਂ ਲਿਖਾਂਗੇ। ਤਾਂ ਉਹ ਸਿਰਫ ਕੀ ਹੈ ਫਾਰਮੈਲਿਟੀ ਵਾਲੀ ਥਾਵਾਂ 'ਤੇ ਹੀ ਉਹਦੀ ਜਗ੍ਹਾ ਹੈਗੀ ਹੈ। ਡੈਸ਼ ਇਨ ਹੈਂਡਸ ਕੰਪਲੈਕਸਿਟੀ ਕੈਨ ਕੈਰੀ ਆਸਨ ਡੀਜ਼ਿੰਗ, ਜਿਹੜੀ ਉਹ ਚੀਜ਼ ਹੋਊਗੀ ਗੁੰਝਲਦਾਰ ਜਿਹੜੀ ਕਿ ਆਪਾਂ ਨੂੰ ਕੀ ਹੈ ਔਖੇ ਅੱਖਰ ਜਿਹੜੇ ਘੁਮਾ ਫਿਰਾ ਕੇ ਲਿਖਦੇ ਆ ਉਹਨਾਂ ਦੀ ਅਲੱਗ ਥਾਂ ਹੈ। ਉਹ ਸਿਰਫ ਨਾਲੇ ਕਿੰਨਾ ਕੋਲ ਹੁੰਦੀ ਹੈ ਇਨ ਡੈਸ਼ ਹੈਂਡਸ। ਐਕਸਪਰਟ। ਵੈਰੀ ਗੁੱਡ। ਹੋਰ ਕੀ ਅੱਖਰ ਲੱਗਦਾ ਤੁਹਾਨੂੰ ਕਿ ਐਕਸਪਰਟ ਲਾ ਦਈਏ ਬਸ। ਦੇਖੋ ਕਿਹੜੇ ਹੱਥਾਂ ਦੇ ਵਿੱਚ ਹੋ ਸਕਦੀ ਹੈ ਉਹ, ਹੈਂਡਸ ਹੱਥ ਹੋ ਗਏ। ਕਿਹੜੇ ਹੱਥਾਂ 'ਚ ਹੋ ਸਕਦੀ ਹੈ, ਸਟਰਾਈਵ ਨਹੀਂ, ਐਕਸਪਰਟ ਇੱਕ ਆਪਸ਼ਨ ਬਣ ਗਈ ਸਹੀ ਹੈ। ਹੋਰ ਕੁਝ ਲੱਗਦਾ ਤਾਂ ਠੀਕ ਹੈ, ਨਹੀਂ ਇਹੀ ਲਾ ਦਾਂਗੇ। ਪੰਜਾਬੀ ਦੀ ਮੀਨਿੰਗ ਨਾਲ ਪੜ੍ਹ ਕੇ ਦੇਖ ਲਓ ਜਿਹੜੇ ਲਿਖੇ ਆਪਾਂ। ਬੋਲਿਓ ਪੰਜਾਬੀ 'ਚ ਕਿਹੜੇ ਕਿਹੜੇ ਅੱਖਰ ਲਿਖੇ ਆ, ਉਹਨਾਂ 'ਚੋਂ ਇੱਕ ਅੱਖਰ ਬਣੂਗਾ। ਬੋਲੋ ਬੋਲੋ ਬੋਲੋ। ट्राई कोशिश। ठीक है। और ਕਿਹੜਾ ਅੱਖਰ ਲਿਖਿਆ ਹੈ? बन छੱਡ देना, ਨਹੀਂ, त्याग देना। ਛੱਡ ਦੇਣਾ ਹੱਥਾਂ ਵਿੱਚ ਨਹੀਂ। ਹੋਰ ਕੋਈ ਬੋਲੋ ਕਿਹੜਾ ਅੱਖਰ? ਕੰਪੀਟੈਂਸ। ਕੰਪੀਟੈਂਟ ਦਾ ਮੀਨਿੰਗ ਕੀ ਹੈ? ਕਾਬਲ। ਕਾਬਲ ਹੱਥਾਂ ਦੇ ਵਿੱਚ ਆ ਉਹ। ਐਕਸਪਰਟ ਨਹੀਂ ਕਹਾਂਗੇ ਆਪਾਂ, ਕਾਬਲ ਹੱਥਾਂ ਦੇ ਵਿੱਚ ਆ ਜਿਹੜੇ ਉਹ ਲਿਖ ਸਕਦੇ ਨੇ, ਜਿਨ੍ਹਾਂ ਨੂੰ ਪਤਾ ਵੀ ਕਿਵੇਂ ਅੱਖਰ ਘੁਮਾਉਣੇ ਆ। ਨੈਕਸਟ ਲਾਈਨ 'ਚ ਆ ਜਾਓ। ਬਟ ਮੋਸਟ ਸਟੂਡੈਂਟਸ ਮੋਸਟ ਆਫ ਦਾ ਟਾਈਮ, ਜ਼ਿਆਦਾਤਰ ਸਟੂਡੈਂਟ ਜ਼ਿਆਦਾ ਸਮੇਂ ਦੇ ਉੱਤੇ ਸ਼ੁੱਡ ਡੈਸ਼ ਟੂ ਬੀ ਸੈਂਸੀਬਲੀ ਸਿੰਪਲ। ਜ਼ਿਆਦਾਤਰ ਬੱਚੇ ਹੁਣ ਆਪਾਂ ਜਿਵੇਂ ਬਾਹਰ ਜਾ ਕੇ ਕੀ ਕਰਾਂਗੇ ਆਪਾਂ ਨਾ ਛੋਟੀ ਛੋਟੀ ਲਾਈਨਾਂ ਦੇ ਵਿੱਚ ਬੋਲਣ ਦੀ ਟਰਾਈ ਕਰਾਂਗੇ, ਠੀਕ ਹੈ। ਜਾਂ ਫਿਰ ਕੀ ਹੈ ਜਦੋਂ ਆਪਾਂ ਕੋਈ ਵੀ ਕਹਾਣੀ ਕਹਿਣੀ ਹੁੰਦੀ ਹੈ, ਲਿਖਣੀ ਹੁੰਦੀ ਹੈ, ਆਪਾਂ ਕੀ ਕਰਦੇ ਹਾਂ ਸੈਂਸੀਬਲੀ ਸਿੰਪਲ, ਵੀ ਸਿੰਪਲ ਜਿਹਾ ਲਿਖ ਲਿਆ ਬਸ, ਗੱਲ ਸਮਝ ਆ ਜਾਏ ਇਹਨੂੰ। ਟੂ ਡਿਵੈਲਪ ਏ ਬੇਸਲਾਈਨ ਸਟਾਈਲ, ਇਹਦੇ ਵਿੱਚ ਕੀ ਬੇਸ ਰੱਖ ਲਿਆ, ਸ਼ਾਰਟ ਵਰਡਸ ਹੋਣਗੇ, ਐਕਟਿਵ ਵਰਬ ਹੋਇਆ, ਰਿਲੇਟਿਵਲੀ ਸਿੰਪਲ ਸੈਂਟੈਂਸ ਹੋਣਗੇ ਜਿਹੜੇ ਕਲੀਅਰ ਕਰ ਦੇਣਗੇ ਐਕਸ਼ਨ ਅਤੇ ਆਇਡੈਂਟੀਟੀਜ਼, ਵੀ ਆਪਾਂ ਕਹਿਣਾ ਕੀ ਚਾਹੁੰਦੇ ਹਾਂ। ਜਿਵੇਂ ਆਪਾਂ ਗੋਰੇ ਨਾਲ ਗੱਲ ਕਰਦੇ ਹਾਂ, ਕਿਸੇ ਬਾਹਰ ਵਾਲੇ ਫੋਰਨਰ ਨਾਲ ਗੱਲ ਕਰਦੇ ਹਾਂ, ਆਪਾਂ ਨੂੰ ਹੁੰਦਾ ਯਾਰ ਮੇਨ ਅੱਖਰ ਜੀ ਸੁੱਟਦੇ ਨੇ, ਗੱਲ ਕਰਦੇ ਨੇ ਇਹਦੇ ਨਾਲ, ਆਪਣਾ ਸਮਝ ਕੋਈ ਕਹਿਣਾ ਕੀ ਚਾਹੁੰਦੇ ਆਪਾਂ। ਹੋਰ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਨਹੀਂ ਇੰਗਲਿਸ਼ ਆਉਂਦੀ ਸਾਰਿਆਂ ਨੂੰ, ਤਾਂ ਆਪਾਂ ਟਰਾਈ ਕਰਦੇ ਹਾਂ ਹਮੇਸ਼ਾ। ਅਤੇ ਬਾਕੀ ਦੇ ਇਸ਼ਾਰੇ ਕੰਮ ਆ ਜਾਂਦੇ ਨੇ, ਥੋੜ੍ਹਾ ਮੋਟਾ ਆਪਾਂ ਕੀ ਕਰਦੇ ਨੇ ਵੀ ਗੱਲ ਸਮਝਾ ਦੇ ਕੀ ਕੁਛ ਕਹਿਣਾ ਚਾਹੁੰਦੇ ਤਾਂ ਸਮਝ ਵੀ ਜਾਂਦੇ ਨੇ। ਤਾਂ ਸੇਮ ਟਾਈਮ ਦੇ ਉੱਤੇ ਅਸੀਂ ਕਰਦੇ ਹਾਂ ਮੋਸਟ ਆਫ ਦਾ ਟਾਈਮ ਸ਼ੁੱਡ ਡੈਸ਼ ਟੂ ਬੀ ਸਿੰਪਲ। ਤਾਂ ਆਪਾਂ ਸਾਰੇ ਸਟੂਡੈਂਟ ਕੀ ਕਰਦੇ ਨੇ, ਡੈਸ਼ ਕਰਦੇ ਨੇ ਸੈਂਸੀਬਲੀ ਸਿੰਪਲ। ਕੀ ਕਰਦੇ ਹੋਣਗੇ? ਫੋਕਸ ਸੈਂਸੀਬਲ ਸਿੰਪਲ। ਚਲੋ ਇੱਕ ਆਪਸ਼ਨ ਬਣ ਗਈ। ਹੋਰ ਕੁਛ? ਐਕਸਪਰਟ ਆ ਸਕਦਾ? ਨਹੀਂ। ਕਨਵੇ ਆ ਸਕਦਾ? ਪਹੁੰਚਾਉਂਦੇ ਨੇ ਸਿੰਪਲ? ਨਹੀਂ। ਕੰਪੀਟੈਂਟ ਹੋ ਹੀ ਗਿਆ। ਕੰਬਾਈਨਿੰਗ ਜੋੜਦੇ ਨੇ। ਸਟਰਾਈਵ ਦਾ ਮੀਨਿੰਗ ਕੀ ਹੈ ਜੀ? ਕੋਸ਼ਿਸ਼ ਕਰਦੇ ਨੇ ਕਿ ਉਹ ਸੈਂਸੀਬਲੀ ਸਿੰਪਲ ਰਹਿਣ। ਉਸ ਤੋਂ ਬਾਅਦ ਡਿਵੈਲਪ ਕਰਦੇ ਨੇ ਕੁਛ ਕੁ ਲਾਈਨ, ਸ਼ੋਰਟ ਵਰਡਸ ਹੁੰਦੇ ਨੇ, ਸਿੰਪਲ ਸੈਂਟੈਂਸਿਸ ਹੁੰਦੇ ਨੇ ਜਿਹਦੇ ਨਾਲ ਉਹ ਆਪਣੇ ਐਕਸ਼ਨਸ ਨੇ, ਆਇਡੈਂਟੀਟੀਜ਼ ਨੂੰ ਪਹੁੰਚਾ ਦਿੰਦੇ ਨੇ। ਆਨਸਰ ਕਨਵੇ, ਆਪਣੇ ਗੱਲਾਂ ਸਾਰੀਆਂ ਕਨਵੇ ਕਰ ਦਿੰਦੇ, ਪਹੁੰਚਾ ਦਿੰਦੇ ਨੇ। ਨੈਕਸਟ ਧਿਆਨ ਨਾਲ ਪੜ੍ਹਿਓ, ਆਨਸਰ ਵਿੱਚ ਹੀ ਇਹਦੇ। ਇਟ ਇਨਕਰੀਜ਼ ਦਾ ਚਾਂਸਿਸ ਏ ਬਿਜ਼ੀ ਰੀਡਰ। ਅੱਛਾ, ਜਦੋਂ ਇਹੋ ਜਿਹੀਆਂ ਗੱਲਾਂ ਔਖੀਆਂ ਜਾਂ ਜ਼ਿਆਦਾਤਰ ਸਿੰਪਲ, ਜੇ ਸਿੰਪਲ ਗੱਲਾਂ ਲਿਖੀਆਂ ਹੋਈਆਂ ਕਿਤਾਬ ਦੇ ਵਿੱਚ ਜਾਂ ਕਾਪੀ ਦੇ ਵਿੱਚ, ਕਿਤੇ ਬੁੱਕ ਦੇ ਵਿੱਚ, ਤਾਂ ਆਪਾਂ ਜਲਦੀ ਪੜ੍ਹ ਕੇ ਕੀ ਹੈ ਬੁੱਕ ਸਾਰੀ ਖਤਮ ਕਰ ਦਾਂਗੇ। ਅਗਰ ਕੀ ਆ ਬੁੱਕ ਦੇ ਵਿੱਚ ਔਖੇ ਅੱਖਰ ਹੋਣਗੇ ਤਾਂ ਆਪਾਂ ਨੂੰ ਕੀ ਬਿਜ਼ੀ ਰੀਡਰ ਜਿਹੜਾ ਕਿ ਉਹਨੂੰ ਕਿ ਧਿਆਨ ਦੇ ਕੇ ਪੜ੍ਹਨਾ ਪਊਗਾ ਵੀ ਕਹਿਣਾ ਕੀ ਚਾਹੁੰਦਾ ਸੀਗਾ ਆਥਰ। ਅੱਛਾ, ਇੱਕ ਤਾਂ ਉਹਨਾਂ ਨੇ ਕਰਤਾ, ਇੱਕ ਨਾ ਯਾਦ ਰੱਖਿਓ ਚੀਜ਼, ਐਂਡ ਤੋਂ ਪਹਿਲਾਂ ਤੇ ਬਾਅਦ 'ਚ ਕਈ ਵਾਰੀ ਆਨਸਰ ਨਾ ਸੇਮ ਆਉਂਦੇ ਨੇ। ਅਟੈਂਸ਼ਨ, ਪੇ ਅਟੈਂਸ਼ਨ ਲੱਗਿਆ ਹੋਇਆ, ਇੱਕ ਵਾਰੀ ਇੱਥੇ ਅਟੈਂਸ਼ਨ ਹੋਰ ਪਿਆ, ਤਾਂ ਹੁਣ ਨੀਚੇ ਪੇ ਅਟੈਂਸ਼ਨ ਤਾਂ ਆਪਾਂ ਲਾ ਦਿੰਦੇ, ਠੀਕ ਹੈ, ਪਰ ਪੇ ਅਟੈਂਸ਼ਨ ਲੱਗ ਗਿਆ ਨਾ ਇੱਕ ਵਾਰੀ ਦੁਬਾਰਾ ਨਹੀਂ ਲਾ ਸਕਦੇ ਆਪਾਂ, ਫਿਰ ਗੱਲ ਕੀ ਰਿਪੀਟ ਹੋ ਜੂਗੀ, ਤਾਂ ਆਪਾਂ ਕੁਛ ਹੋਰ ਲਾਈਏ। ਮੈਂ ਤਾਂ ਆਪ ਧਿਆਨ ਦੇਖੋ ਤੁਸੀਂ, ਯੂ ਡੈਸ਼ ਮੋਰ ਅਟੈਂਸ਼ਨ ਆਪਾਂ ਨੂੰ ਸਕੂਲਾਂ ਵਿੱਚ ਵੀ ਕਹਿੰਦੇ ਰਹੇ ਨੇ। ਇੱਕ ਤਾਂ ਪੇ ਅਟੈਂਸ਼ਨ ਕਰੋ ਆਪਦੀ ਸਟੱਡੀ ਦੇ ਉੱਤੇ, ਹੋਰ ਕੀ ਕਰ ਸਕਦੇ ਹਾਂ ਆਪਾਂ? ਫੋਕਸ, ਮੋਰ ਅਟੈਂਸ਼ਨ ਔਨ ਮੂਵਮੈਂਟਸ ਆਫ ਰੈਟੀਕਲ ਫਲੋਰਿਸ਼। ਵੀ ਕਈਆਂ ਦਾ ਮੀਨਿੰਗ ਕੀ ਹੁੰਦੇ ਆ, ਵਧੀਆ ਮੀਨਿੰਗ ਵੀ ਨਾ ਹੁੰਦੇ ਹੋਣ, ਪਰ ਉਹਨਾਂ ਨੇ ਕੀ ਜਾਣ ਕੇ ਔਖੇ ਅੱਖਰ ਪਾਏ ਹੁੰਦੇ ਤਾਂ ਜੋ ਕਿ ਬੱਚਾ ਧਿਆਨ ਦੇ ਸਕੇ ਵੀ ਔਖੇ ਅੱਖਰਾਂ ਉੱਤੇ। ਅਤੇ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਕੀ ਹੈ ਛੱਡ ਦੇਵਾਂਗੇ ਔਖੇ ਅੱਖਰਾਂ ਨੂੰ, ਤਾਂ ਆਪਾਂ ਨੂੰ ਗੱਲ ਹਾਂਜੀ, ਮੈਂ ਐਡਵਾਈਸ ਦਿੰਦਾ ਕਿ ਤੁਸੀਂ ਇਹੋ ਜਿਹੇ ਅੱਖਰਾਂ ਨੂੰ ਛੱਡੋਗੇ ਨਹੀਂ। ਠੀਕ, ਦੇਖੀਏ ਆਨਸਰ। ਦੇਖ ਲਓ ਆਨਸਰ, ਤੁਹਾਡੇ ਤੋਂ ਲਵਾਉਣੇ ਸਾਰੇ ਮੈਂ। ਆਜੋ ਥਰਡ ਤੇ, ਜਲਦੀ ਅੱਖਰ ਲਿਖੋ।
ਯੂਨੀਵਰਸਿਟੀ ਸਾਇੰਸਿਸ ਇਨ ਕ੍ਰਾਈਸਿਸ। ਕ੍ਰਾਈਸਿਸ ਦਾ ਮਤਲਬ ਹੁੰਦਾ ਜਿਹੜੀ ਚੀਜ਼ ਕਿ ਘਾਟੇ 'ਚ ਜਾ ਰਹੀ ਹੈ, ਡੁੱਬਦੀ ਜਾ ਰਹੀ ਹੈ। ਇਹ ਲਿਖਣ ਦੀ ਲੋੜ ਨਹੀਂ ਗੀ, ਇੱਥੇ ਸ਼ੁਰੂ ਕਰ ਲਓ। सोसाइटी रह गया। ਤੁਸੀਂ ਅੱਖਰ ਲਿਖ ਲੈ, ਫਿਰ ਸ਼ੁਰੂ ਕਰ ਲੈਣੇ ਜਲਦੀ ਦੱਸੋ। ਸੌਖੇ ਸੌਖੇ ਜਿਹੇ ਨੇ ਜੀ। ਲਿਖੋ ਲਿਖੋ ਜਲਦੀ ਜਲਦੀ ਔਖੇ ਅੱਖਰ ਲਿਖ ਲਓ। लिख ले जी। रेडी? हाँ जी सर। यस सर। पूछिए। क्लोजर्स CLOSURES। नेक्स्ट प्लीज। Exacerbates हैं? EXA ए CERBATES। हाँ, ਇਹਦਾ ਮਤਲਬ ਨਾ ਵਧਾਉਣਾ, ਪਰ ਇਹ ਅੱਖਰ ਨਾ ਇੱਕ ਇਹੋ ਜਿਹਾ ਅੱਖਰ ਹੈ, ਇਹ ਸਿਰਫ ਇੱਕ ਹੀ ਹੈਲਪ ਨਾਲ ਚੱਲਦਾ ਹੈ। ਮਤਲਬ ਕਿਹੜੀ ਉਹ ਪੜ੍ਹ ਲਓ ਇੰਗਲਿਸ਼ 'ਚ। ਜਦੋਂ ਵੀ ਕੀ ਹੈ ਬਣਾਉਂਦਾ ਤਾਂ ਨਹੀਂ ਹੈਗਾ, ਪਰ ਸਿਰਫ ਪ੍ਰੋਬਲਮ ਨੂੰ ਕ੍ਰੀਏਟ ਕਰਦਾ ਹੈ। ਜਦੋਂ ਵੀ ਕੀ ਪ੍ਰੋਬਲਮ ਕਰਨੀ ਹੋਵੇ, ਬਣਾਉਣੀ ਹੋਵੇ, ਉਦੋਂ ਹੀ ਅੱਖਰ ਲੱਗਦਾ ਹੈ, ਉਹ ਲੱਗਦੇ ਨਹੀਂ ਕਿਤੇ। ਹੋਰ ਕੀ ਹੋਰ ਕੀ ਬੱਚੋ ਅੱਖਰ ਕਿਹੜੀ ਅੱਖਰ ਕੋਈ ਕਰ ਲਈ ਸ਼ੁਰੂ ਜਿਹੜੀ TRO सर लिखो स्पेलिंग। येलो की नहीं येलो नहीं सर, स्पेलिंग लिखे मैं सर। दसो दसो। TRO PRO SPER OUS प्रोस्पेरस बोल के भी देख लिया करो। प्रोस्पेरस खुशहाल। प्रोस्पेरस और कोई अक्षर? संदीप्स राज सर प्रिस्टल। केड़ा अक्षर? प्रिस्टल BRISTUL। ओहो नाम है ता। और कोई? प्रेडिक्ट्स नहीं सर। प्रेडिक्ट ਹੁੰਦੀ ਹੈ फ्यूचरली प्रेडिक्शन अंदाजा। रीत जी अक्षर पूछ लो कोई। ਸਰ ਕ੍ਰਾਈਸਿਸ ਨੂੰ ਫਿਰ ਦੱਸਿਓ ਕੀ ਕਹਿੰਦੇ ਵੈਸੇ ਵੀ। संकट प्रॉब्लम। जी और कोई अक्षर? फॉल FALL लिखो। डिग्रियां डिक्रीज। बस रेडी हैगा तो पूछ लो अक्षर, कोई चक्कर नहीं अपन। कंक्लूडेड। हाँ जी केड़ा दसो। कंक्लूडेड सर। कंक्लूड अक्षर लिखो। कंक्लूड Overall। हमेशा ज़्यादातर लास्ट अक्षर लगता है, क्योंकि इसका मीनिंग क्या होता है? सट्टा एंड करना है जी। जी और कोई अक्षर प्लीज़? नहीं हैगा अक्षर पूछ लो, कोई चक्कर नहीं अपन। स्पेलिंग दसो केड़े कह रहे हैं? REFU सर जी पढ़ी ना, S नहीं पढ़ी। रिफ्यूज ऐ करके रिफ्यूज ZEE। हम बोलो REFUG ZEE। आ करके एक रखो। GWS सर। Z नहीं G। रिफ्यूजी ਤੁਸੀਂ ਕਰੋਗੇ ਸਾਰੇ ਜਾਣੇ ਜਿਹੜੇ ਬਾਰਡਰ ਟੱਪ ਕੇ ਲੋਕ ਜਾਂਦੇ ਨੇ ਨਾ, ਰਿਫਿਊਜੀ ਕਹਿੰਦੇ ਨੇ, ਵਿਦਆਊਟ ਵੀਜ਼ਾ। ਹੋਰ ਕੋਈ ਅੱਖਰ? ਹਾਂ ਨਾਮ ਹੈ, ਇਹ ਲਿਖਣ ਦੀ ਲੋੜ ਨਹੀਂ। विदाउट वीजा मतलब शरणार्थी। चलो आज शुरू करिए। अपन ज़्यादा नहीं पढ़ते उपरों, सिर्फ आप क्राइसिस पढ़िया, वर्ड अपन पता चल गया कुछ नैगेटिव गल चल रही है ना। तो उस तो बाद एक अखर पढ़िया होर स्टॉप्ड। कहते कि 96 ਦੇ ਵਿੱਚ 28 ਯੂਨੀਵਰਸਿਟੀਜ਼ ਕੀ ਹੋ ਚੁੱਕੀਆਂ ਸੀ? ਸਟਾਪਡ ਹੋ ਚੁੱਕੀਆਂ ਸੀ ਆਫਰਿੰਗ ਕਰਨੀ ਡਿਗਰੀਆਂ ਡੈਸ਼ ਡੈਸ਼ ਡੈਸ਼। ਫਿਰ ਸੋਸਾਇਟੀ ਨੇ ਪ੍ਰੈਡਿਕਟ ਕੀਤਾ, ਅੰਦਾਜ਼ਾ ਲਗਾਇਆ ਕਿ 6 ਡਿਪਾਰਟਮੈਂਟ ਜਿਹੜੇ ਕਿ ਡੈਸ਼ ਡੈਸ਼ ਸੀਗੇ, ਇਹ ਕਹਿੰਦੇ ਕੁਡ ਰਿਮੇਨ 2014 ਤੱਕ ਰਹੇ। ਕੀ ਰਹੇ ਹੋਣਗੇ?
ਜਾਂ ਤਾਂ ਕਿ ਉਹ ਬੰਦ ਰਹੇ ਹੋਣਗੇ ਜਾਂ Open ਖੁੱਲੇ sir, ਰਹੇ ਹੋਣਗੇ open, ਹਨਾ, ਪਰ ਉਹ ਖੁੱਲੇ ਰਹੇ ਹੋਣਗੇ, ਉਸ Open. ਤੋਂ ਬਾਅਦ ਤਾਂ ਬੰਦ ਹੀ ਹੋ ਗਏ, ਕਹਿ ਹੀ ਰਹੇ ਸੀ ਉਹ। ਗੁੱਡ ਹੋ ਗਿਆ ਆਨਸਰ। ਫਿਰ ਰੀਸੈਂਟਲੀ ਇੱਕ ਯੂਨੀਵਰਸਿਟੀ ਜਿਹੜੀ ਕੀ ਹੋ ਚੁੱਕੀ ਹੈ ਬੰਦ, ਕੈਮਿਸਟਰੀ ਡਿਪਾਰਟਮੈਂਟ ਸੀ ਉਹਦਾ, ਡੈਸ਼ ਇਟ ਔਨ ਮਾਰਕੀਟ ਫੋਰਸ, ਬੰਦ ਹੋਈ ਤੇ ਉਹਦਾ ਇਟ ਔਨ, ਤਾਂ ਉਹਨਾਂ ਨੇ ਡੈਸ਼ ਲਗਾਇਆ ਕਿ ਮਾਰਕੀਟ ਫੋਰਸ ਕਰਕੇ ਬੰਦ ਹੋਈ ਹੈ ਜੀ, ਸਾਡੀ ਕੋਈ ਗਲਤੀ ਨਹੀਂ। ਕੀ ਕੀਤਾ ਹੋਊਗਾ? ਕਨਕਲੂਡ ਕੀਤਾ ਉਹਦਾ ਸੀ। ਕਨਕਲੂਡ ਸਿੱਟਾ ਲਾਇਆ ਕਿ ਮਾਰਕੀਟ ਫੋਰਸ ਕਰਕੇ ਬੰਦ ਹੋਊਗੀ। ਵੈਰੀ ਗੁੱਡ। ਹੋਰ ਕੋਈ ਅੱਖਰ ਲੱਗਦਾ ਹੋਵੇ? ਮੈਂ ਕੋਈ ਕੰਪਨੀ ਚਲਾ ਰਿਹਾ, ਤੁਸੀਂ ਮੈਨੂੰ ਪੁੱਛਿਆ ਕਿ ਕੰਪਨੀ ਬੰਦ ਕਾਹਤੋਂ ਕਰਤੀ ਜੀ, ਮੈਂ ਕਿਹਾ ਮੇਰਾ ਕੋਈ ਦੋਸ਼ ਨਹੀਂ ਜੀ, ਇੱਥੇ ਮੈਨੂੰ ਕੋਈ ਪੁੱਛਣ ਹੀ ਨਹੀਂ ਆਉਂਦਾ। ਬਲੇਮਿੰਗ ਸਰ, ਸੌਖਾ ਜਿਹਾ ਬਲੇਮਿੰਗ। ਬਲੇਮ ਹੋਇਆ ਕਿ ਮਾਰਕੀਟ ਫੋਰਸ ਦੇ ਕਰਕੇ ਕੰਪਨੀ ਜਾਂ ਚੀਜ਼ ਜਿਹੜੀ ਯੂਨੀਵਰਸਿਟੀ ਸੀ ਬੰਦ ਹੋ ਗਈ। ਨੈਕਸਟ ਸੀਗੇ ਬ੍ਰਿਸਟਲ ਟੋਕਨ ਸਮ ਆਫ ਦਾ ਰਿਫਿਊਜੀਜ਼, ਅਤੇ ਉਹਨਾਂ ਨੇ ਕੀ ਹੈ ਰਿਫਿਊਜੀਜ਼ ਲੈ ਲਏ ਸੀਗੇ, ਅਤੇ ਜਿਹੜੇ ਬੰਦ ਹੋਈਆਂ ਸੀਗੀਆਂ ਉਹਨਾਂ ਨੇ ਬਲੇਮਡ ਲਗਾਇਆ ਗਿਆ ਔਨ, ਕਹਿੰਦੇ ਕੀ ਆ, ਸਟੂਡੈਂਟ ਐਪਲੀਕੇਸ਼ਨ ਉੱਤੇ ਬਲੇਮ ਲਗਾਇਆ ਗਿਆ। ਸਟੂਡੈਂਟ ਐਪਲੀਕੇਸ਼ਨ ਜੇ ਜ਼ਿਆਦਾ ਹੋ ਜਾਂਦੇ ਤਾਂ ਬੰਦ ਹੋਣੀ ਕੰਪਨੀ ਕਿ ਨਹੀਂ ਹੁੰਦੀ? ਜੇ ਐਵੇਂ ਕਹਿ ਦੋ ਹੈ ਨਾ ਵੀ ਯੂਨੀਵਰਸਿਟੀ ਦੇ ਕੋਲ ਕੀ ਹਜ਼ਾਰਾਂ ਦੇ ਹਜ਼ਾਰਾਂ ਐਪਲੀਕੇਸ਼ਨਸ ਆਉਂਦੀਆਂ, ਤਾਂ ਕੰਪਨੀ ਚੱਲਦੀ ਰਹਿੰਦੀ, ਪੈਸਾ ਆਉਂਦਾ ਰਹਿੰਦਾ, ਤਾਂ ਉਹਨਾਂ ਕੋਲ ਕੀ ਸੀਗਾ, ਸਟੂਡੈਂਟ ਐਪਲੀਕੇਸ਼ਨਾਂ ਘੱਟ ਗਈਆਂ। ਕੁਛ ਹੋਰ ਕਹਿ ਸਕਦੇ ਹਾਂ ਘਟਣ ਦੀ ਥਾਂ 'ਤੇ ਆਪਾਂ? ਫਾਲ। ਫਾਲ ਦਾ ਮਤਲਬ ਕੀ ਹੁੰਦਾ? ਡਿੱਗ ਗਈਆਂ ਜਾਂ ਘੱਟ ਗਈਆਂ। ਸਟੂਡੈਂਟ ਐਪਲੀਕੇਸ਼ਨਾਂ ਘੱਟ ਗਈਆਂ ਤਾਂ ਕਰਕੇ। ਹੁਣ ਮਨੀ ਇਜ਼ ਏ ਡੈਸ਼, ਅਤੇ ਹੁਣ ਉਹ ਚਲਾਉਣਾ ਤਾਂ ਹੈਗਾ ਹੀ ਆਪਾਂ ਯੂਨੀਵਰਸਿਟੀ ਨੂੰ। ਮਨੀ ਕੀ ਇੱਕ ਫੈਕਟਰ ਹੈ, ਫੈਕਟਰ ਹੈ, ਕਾਰਨ ਹੈ, ਕਾਰਕ ਹੈ ਕੋਈ, ਜਿਹਦੇ ਕਰਕੇ ਕੀ ਪੈਸੇ ਨਾਲ ਹੀ ਸਾਰਾ ਕੁਝ ਚੱਲਦਾ ਰਿਹਾ ਆਪਣਾ। ਕੈਮਿਸਟਰੀ ਡਿਗਰੀ ਕੀ ਹੈ? ਐਕਸਪੈਂਸਿਵ ਹੈ, ਬਹੁਤ ਮਹਿੰਗੀ ਹੈ ਐਜ਼ ਕੰਪੇਅਰ ਟੂ ਕਿਹਦੇ ਨਾਲ? ਇੰਗਲਿਸ਼ ਦੇ ਨਾਲ। ਇੰਗਲਿਸ਼ 'ਚ ਕੀ ਹੈ? ਸਿਰਫ ਕਿਤਾਬਾਂ ਚਾਹੀਦੀਆਂ ਪੜ੍ਹਨੀਆਂ ਹੁੰਦੀਆਂ ਨੇ। ਅੱਛਾ, ਜਦੋਂ ਤੁਹਾਨੂੰ ਕੀ ਹੈ ਵਰਡ ਆ ਗਿਆ, ਯਾਦ ਰੱਖਿਓ, ਸਾਇੰਟਿਸਟ ਡੈਸ਼ ਦੈਟ, ਤੁਸੀਂ ਕੀ ਹੈ 2 ਅੱਖਰ ਤਾਂ ਪੱਕੇ ਲਗਾ ਸਕਦੇ। ਕਿਹੜੇ ਕਿਹੜੇ ਨੋਟ ਕਰ ਲਿਓ? ਇੱਕ ਤਾਂ ਕਲੇਮ, ਇੱਕ ਸੇ ਜਾਂ ਸੈਡ, ਇਹੋ ਜਿਹਾ ਕੁਛ, ਕਿਉਂਕਿ ਹਮੇਸ਼ਾ ਇਹੋ ਜਿਹੀ ਗੱਲ ਹੋਊਗੀ ਕਿ ਸਾਇੰਟਿਸਟ ਨੇ ਕਿਹਾ ਕਿ, ਸਮ ਸਾਇੰਟਿਸਟ ਕਹਿੰਦੇ ਨੇ ਦੈਟ ਕਿ ਗੌਰਮੈਂਟ ਕੌਨਸਨਟਰੇਟ ਕਰੇ ਰਿਸਰਚ ਔਨ ਸਮਾਲ ਟੌਪ ਡਿਪਾਰਟਮੈਂਟ, ਕਹਿੰਦੇ ਕੀ ਹੈ ਜਿਹੜਾ ਰਿਸਰਚ ਕਰੇ, ਧਿਆਨ ਦੇਵੇ ਛੋਟੇ ਡਿਪਾਰਟਮੈਂਟ, ਛੋਟੀ ਯੂਨੀਵਰਸਿਟੀਜ਼ ਉੱਤੇ, ਛੋਟੇ ਕਾਲਜਿਸ ਉੱਤੇ ਹੀ ਧਿਆਨ ਲਗਾਵੇ। ਧਿਆਨ ਦਾ ਮਤਲਬ ਕੀ ਹੋਊਗਾ ਕਿ ਉਹ ਸਿਰ 'ਤੇ ਅੱਗੇ ਬਹਿ ਕੇ, ਨਹੀਂ ਗੌਰਮੈਂਟ ਦਾ ਮਤਲਬ ਕਿ ਸਾਰੇ ਹੁਣ ਜਿਵੇਂ ਕਿ ਨਵੀਂ ਯੂਨੀਵਰਸਿਟੀ ਚਲਾਉਣੀ ਹੈ ਕੋਈ, ਤਾਂ ਹੁਣ ਭਗਵੰਤ ਮਾਨ ਆ ਕੇ ਸਿਰ 'ਤੇ ਥੋੜ੍ਹੀ ਬਹਿ ਜਾਊਗਾ ਯੂਨੀਵਰਸਿਟੀ ਦੇ ਵੀ ਚਲਾਓ, ਇੱਥੇ ਚਲਾਓ, ਆਹ ਚਲਾਓ। ਤਾਂ ਉਹ ਕੀ ਕਰ ਸਕਦਾ? ਇੱਕ ਹੀ ਚੀਜ਼ ਕਰ ਸਕਦਾ ਕਿ ਮੈਂ ਤੁਹਾਨੂੰ ਪੈਸਾ ਦਿੰਦਾ, ਤੁਸੀਂ ਚਲਾਓ। ਫੰਡਿੰਗ, ਹਾਂ, ਉਹ ਪੈਸੇ ਦੇ ਸਕਦੇ ਨੇ, ਚਲਾਉਣ ਵਾਲੇ ਬੰਦੇ ਅਲੱਗ ਚਲਾਉਣਗੇ। ਸੱਚ ਐਸ ਬ੍ਰਿਸਟਲ ਐਗਜ਼ਰਬੇਟ, ਜਦੋਂ ਵੀ ਕੀ ਐਗਜ਼ਰਬੇਟ ਵਰਡ ਆਊਗਾ ਦੱਸਿਆ ਵੀ ਸੀਗਾ ਕੀ ਕਰਦਾ, ਸਿਰਫ ਹੀ ਸਿਰਫ ਪ੍ਰੋਬਲਮ ਨੂੰ ਕ੍ਰੀਏਟ ਕਰਦਾ ਹੈ, ਹੋਰ ਕੁਛ ਨਹੀਂ ਕਰਦਾ ਹੈ। ਹੁਣ ਇਹੋ ਜਿਹੇ ਅੱਖਰ ਮੈਂ ਤੁਹਾਨੂੰ ਦੱਸਤੇ ਜਿਹੜੇ ਕੀ ਹੈ ਤੁਸੀਂ ਲਿਖਣੇ ਨੇ, ਨੋਟ ਕਰਨੇ ਨੇ। ਆਹ ਵਾਲੀ ਚੀਜ਼ ਹੋ ਗਈ, ਜਾਂ ਸਾਇੰਟਿਸਟ ਦੇ ਨਾਲ ਕਲੇਮ ਆ ਸਕਦਾ, ਸੇ ਆ ਸਕਦਾ, ਸੈਡ ਆ ਸਕਦਾ, ਹੈ ਨਾ, ਇਹੋ ਜਿਹੇ ਅੱਖਰ ਤੁਸੀਂ ਨੋਟ ਕਰਨੇ। ਡਨ? ਯੈਸ ਸਰ। ਬਹੁਤ ਹੀ ਜ਼ਿਆਦਾ ਸੌਖਾ ਹੈ, ਜਲਦੀ ਜਲਦੀ ਅੱਖਰ ਲਿਖ ਲਿਓ, ਔਖੇ ਅੱਖਰ ਪੁੱਛੀ ਚਲੋ ਮੇਰੇ ਤੋਂ ਜਲਦੀ ਜਲਦੀ। ਪਲੀਜ਼। ਓਕੇ, ਜਲਦੀ ਜਲਦੀ ਲਿਖ ਲਓ। ਸਰ ਡਿਸਪੀਅਰ ਖਤਮ ਸਰ, ਖਤਮ, ਜਿਹੜੇ ਦਿਖਦੇ ਨਹੀਂ ਆ। ਆਪਾਂ 2 ਅੱਖਰ ਲਿਖ ਲਾਂਗੇ, ਟੈਨਸ਼ਨ ਨਹੀਂ ਕੋਈ। ਕਿਹੜੇ ਕਿਹੜੇ? ਇੱਕ ਹੈਗਾ ਅਪੀਅਰ ਐਂਡ ਪ੍ਰੀਜ਼ਰਵਡ। ਇਹਨਾਂ ਦੋਨਾਂ ਦਾ ਮੀਨਿੰਗ ਲਿਖ ਲਓ। ਅਪੀਅਰ ਜਿਹੜੀ ਚੀਜ਼ ਦਿਖਦੀ ਹੈ, ਡਿਸਅਪੀਅਰ ਜਿਹੜੀ ਚੀਜ਼ ਦਿਖਾਈ ਨਹੀਂ ਦੇ ਰਹੀ। ਇੰਗਲਿਸ਼ ਲਿਖਣਾ, ਇੰਗਲਿਸ਼ 'ਚ ਵੀ ਲਿਖ ਲਓ। word disappear made of dis meaning do the opposite of appear। appear मतलब दिखना, disappear ना दिखना, ठीक। और कोई अक्षर देखे च की औखा लग रहा है जेड़ा preserved। preserved मीनिंग लिखो जरा, सुरक्षित या साबना। और कोई अक्षर लिखे आवे प्लीज पूछ लो। रीडिंग शो करा, देखो अच्छा लगता हो कि अखर होर कोई नहीं, कर ली शुरू, ठीक है।
ਸਪੋਰਟਸ ਵੂਮਨਸ ਰਿਕਾਰਡਸ ਆਰ ਇੰਪੋਰਟੈਂਟ ਐਂਡ ਨੀਡ ਟੂ ਬੀ ਪ੍ਰਜ਼ਰਵਡ। ਉਹਨਾਂ ਨੇ ਨਾ ਆਪਾਂ ਨੂੰ ਜਦੋਂ ਵੀ ਕੋਈ ਗੱਲ ਕਰਨੀ ਹੁੰਦੀ ਆਪਾਂ ਆਪਦੇ ਅਕੋਰਡਿੰਗ ਸੋਚ ਲੈਂਦੇ ਹਾਂ। ਸਪੋਰਟਸ ਵੂਮਨ ਦਾ ਮੀਨਿੰਗ ਕੀ ਹੈ? ਸਪੋਰਟਸ ਵੂਮਨ ਜਿਹੜੀਆਂ ਖੇਡਦੀਆਂ ਹਾਂ ਖਿਡਾਰੀ ਹੈ ਨਾ ਜੀ। ਸਪੋਰਟਸ ਵੂਮਨ ਰਿਕਾਰਡਸ, ਪਹਿਲਾਂ ਤਾਂ ਸਾਰੀ ਜਿਹੜੇ ਵਰਲਡ ਦੇ ਵਿੱਚ ਕੀ ਵੂਮਨ ਬਹੁਤ ਘੱਟ ਗੇਮਸ ਖੇਡਦੀਆਂ ਨੇ ਅਤੇ ਉਸ ਤੋਂ ਘੱਟ ਕੀ ਆ ਉਹ ਰਿਕਾਰਡ ਤਿਆਰ ਕਰਦੀਆਂ ਨੇ। ਅਤੇ ਅਗਰ ਕਹਿੰਦੇ ਜੇ ਰਿਕਾਰਡ ਘੱਟ ਤਿਆਰ ਕਰਦੀਆਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਲੋੜ ਹੈ? ਨੀਡ ਟੂ ਬੀ ਪ੍ਰਜ਼ਰਵਡ, ਸੁਰੱਖਿਅਤ ਸਾਂਭਣਾ ਪਊਗਾ। ਇੱਕ ਸੈਕਿੰਡ ਇੱਕ ਫੋਨ They'll get to out the ਇਫ starting ਪੇਪਰਸ period. ਰਿਕਾਰਡ ਜਿਹੜੇ ਹੁਣ ਇੰਨੇ ਜ਼ਿਆਦਾ ਇੰਪੋਰਟੈਂਟ ਨੇ ਲੋਕ ਜਿਹੜੇ ਹੈ ਨਾ ਥੋੜ੍ਹੇ ਜਿਹੇ ਰਿਕਾਰਡ ਤਿਆਰ ਕਰਦੇ ਨੇ ਲੋਕ। ਇਫ ਦਾ ਪੇਪਰਸ ਰਿਕਾਰਡ ਡੋਂਟ ਡੈਸ਼, ਜੇ ਰਿਕਾਰਡ ਉਹਨਾਂ ਦੇ ਨਹੀਂ ਹੋਣਗੇ ਜਿੱਥੇ ਹੁੰਦੇ ਨੇ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਵੀ ਨੀਡ ਟੂ ਗੈਟ ਆਊਟ, ਆਪਾਂ ਨੂੰ ਬਾਹਰ ਨਿਕਲਣਾ ਪਊਗਾ। ਪਹਿਲਾਂ ਆਂਸਰ ਲਗਾ ਲੈਂਦੇ ਕਿ ਇਫ ਦਾ ਪੇਪਰਸ ਰਿਕਾਰਡ ਡੋਂਟ ਡੈਸ਼, ਅੱਖਰ ਤਾਂ ਪੁੱਛਿਆ ਨਹੀਂ ਸੀ ਤੁਸੀਂ ਪਰ ਫਿਰ ਵੀ ਜੇ ਮੀਨਿੰਗ ਪਤਾ ਲਗਾ ਕੇ ਦੇਖ ਲਓ। ਇਫ ਦਾ ਪੇਪਰਸ ਰਿਕਾਰਡ ਡੋਂਟ ਡੈਸ਼, ਪਹਿਲਾਂ ਤਾਂ ਦੱਸਿਆ ਉਹਨਾਂ ਨੇ ਸਾਂਭੇ ਜਾਣੇ ਚਾਹੀਦੇ ਨੇ, ਉਸ ਤੋਂ ਉਲਟ ਕੀ ਕਰਤਾ ਉਹਨਾਂ ਨੇ? ਜੇ ਉਹ ਸਾਂਭੇ ਨਹੀਂ ਗਏ ਹੋਣਗੇ ਤਾਂ ਕੀ ਆਂਸਰ ਲਗਾ ਸਕਦੇ ਆ? ਡਿਸਅਪੀਅਰ ਨਹੀਂ ਅੱਖਰ ਪੁੱਛਿਆ ਕਰੋ ਐਗਜ਼ਿਸਟ ਮਤਲਬ ਕੀ ਹੈ? ਮੌਜੂਦ ਜਾਂ ਹੋਣ। ਅਗਰ ਕਹਿੰਦੇ ਉਹ ਐਗਜ਼ਿਸਟ ਹੀ ਨਾ ਹੋਣਗੇ ਜਿੱਥੇ ਹੁੰਦੇ ਨੇ, ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਬਾਹਰ ਨਿਕਲਣਾ ਪਊ, ਇੰਟਰਵਿਊ ਕਰਨੀ ਪਊਗੀ ਲੋਕਾਂ ਦੀ। ਅੱਛਾ ਜਦੋਂ ਵੀ ਇਹੋ ਜਿਹੀ ਕੋਈ ਗੱਲ ਹੋ ਜੇ ਕਦੇ ਵੀ ਕਹਿੰਦੇ ਕੀ ਹੈ ਇਸ ਮੌਕੇ ਦੇ ਉੱਤੇ ਆਪਾਂ ਨੂੰ ਕੀ ਆ ਫਾਈਨ ਨਹੀਂ ਲਗਾਉਣਾ ਚਾਹੀਦਾ। ਮੈਂ ਆਨਸਰ ਵੀ ਦੱਸਦਾ ਨਾਲ, ਇਸ ਮੌਕੇ ਦੇ ਉੱਤੇ ਕੀ ਆ ਫਾਈਨ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਪੈਸਾ ਆਪਾਂ ਮੰਗ ਲਾਂਗੇ ਇਸ ਤੋਂ ਵੀ ਤੂੰ ਚੀਜ਼ ਗਵਾਤੀ, ਉਹ ਚੀਜ਼ ਵਾਪਸ ਤਾਂ ਆਊਗੀ ਨਹੀਂ। ਛੋਟੀ ਜਿਹੀ ਚੀਜ਼ ਜਿਹੜੀ ਬਹੁਤ ਥੋੜ੍ਹੀ ਆ ਉਹਨੂੰ ਕੀ ਆਪਾਂ ਨੂੰ ਸਾਂਭਣਾ ਚਾਹੀਦਾ। ਤਾਂ ਇੰਟਰਵਿਊ ਕਰੋ ਲੋਕਾਂ ਨੂੰ, ਉਸ ਮੌਕੇ ਦੇ ਉੱਤੇ ਫਾਈਨ ਨਹੀਂ ਲਗਾਉਣਾ ਚਾਹੀਦਾ। ਮੈਂ ਆਨਸਰ ਦੱਸ ਗਿਆ। ਓਪਰਚੁਨਿਟੀ, ਵੈਰੀ ਗੁੱਡ। ਉਸ ਪੁਆਇੰਟ ਦੇ ਉੱਤੇ ਤੁਸੀਂ ਕੀ ਹੈ ਫਾਈਨ ਨਹੀਂ ਲਗਾਉਣਾ। ਅਗਲਾ ਆਨਸਰ ਬਹੁਤ ਸੌਖਾ ਹੈ। ਵਾਈਲ ਵੀ ਸਟਿਲ ਹੈਵ ਏ ਡੈਸ਼, ਹਜੇ ਵੀ ਆਪਣੇ ਕੋਲ ਕੀ ਹੈਗਾ? Chance, sir. ਚਾਂਸ or opportunity. ਕੀ ਹੈ? ਚਾਂਸ ਹੈਗਾ, ਆਪਾਂ ਕੀ ਹੈ ਲੱਭ ਸਕਦੇ ਹਾਂ। ਆਫਟਰ ਆਲ ਇਫ ਦਾ ਰਿਕਾਰਡਸ ਆਰਨਟ ਕੈਪਟ, ਜੇ ਉਹ ਨਹੀਂ ਰੱਖੇ ਜਾਣਗੇ ਸਾਂਭੇ ਜਾਣਗੇ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹਨਾਂ ਦੀਆਂ ਕਹਾਣੀਆਂ ਵੀ ਡੈਸ਼ ਹੋ ਜਾਣਗੀਆਂ। ਲੋਸਟ, Disappear, sir. ਜਿਹੜਾ ਵੀ ਲਾਉਣਾ ਦੇਖ। Lost. ਡਿਸਅਪੀਅਰ ਦਾ ਮੀਨਿੰਗ ਕੀ ਹੈ? ਜਿਹੜੀ ਚੀਜ਼ ਆਪਾਂ ਨੂੰ ਸਾਹਮਣੇ ਦਿਖ ਰਹੀ ਹੈ ਤੇ ਹੁਣ ਦਿਖ ਦਿਖਦੀ ਨਹੀਂ ਨਹੀਂ। ਗਾਇਬ ਹੋ ਗਈ ਹੈ ਨਾ। ਤੇ ਲਾਸਟ ਜਿਹੜੀ ਗਵਾਚ ਗਈਆਂ ਵਾਪਸ ਨਹੀਂ ਆਉਣਗੀਆਂ। Gvach. ਠੀਕ। ਅੱਜ ਦੀ ਲਾਸਟ ਤੇ ਜਲਦੀ ਦੇਖੋ ਇਹ ਅੱਖਰ ਕਿਹੜੇ ਆ। ਅੱਖਰ ਲਿਖ ਲਿਓ, ਜਲਦੀ ਪਤਾ ਲੱਗ ਜਾਊਗਾ। ਜਲਦੀ ਲਿਖ ਲਿਓ ਜੀ। ਅੱਖਰ ਪੁੱਛੋ ਜੀ ਪਹਿਲਾਂ। Adverts. ADVERTS ਅੱਖਰ ਲਿਖੋ ਜੀ। ਮੀਨਿੰਗ ਕੀ ਹੈ ਇਹਦਾ? ਇਸ਼ਤਿਹਾਰ। ਨੈਕਸਟ ਅੱਖਰ ਦੱਸੋ ਜੀ। Pervasive. ਪਰਵੈਸਿਵ ਯਾਰ, ਹਾਂਜੀ ਐਡਵਰਟਾਈਜ਼ਮੈਂਟ ਦਾ ਮੀਨਿੰਗ ਵੀ ਯਾਦ ਰੱਖਿਓ ਕਿ ਇਸ਼ਤਿਹਾਰ ਹੀ ਹੁੰਦਾ ਹੈ। ਪਰਵੈਸਿਵ ਪਰ ਮਤਲਬ ਪੈਸਿਵ Percent. ਇਹਦੇ ਨਾਲ ਹੀ ਹੈ ਸਰ ਪ੍ਰੈਜ਼ੈਂਸ। ਕਿਹਦੇ ਨਾਲ? ਅੱਖਰ ਦੇਖਿਓ ਜੀ। Potential. ਆਹ ਵਾਲਾ ਅੱਖਰ ਦੇਖਿਓ। Potential. ਇਹਦੇ ਨਾਲ ਹੀ ਸੀ ਨਾ ਪ੍ਰੈਜ਼ੈਂਸ ਅੱਖਰ ਇੱਕ। ਹਾਂਜੀ ਸਰ। ਠੀਕ ਹੈ। ਪਰਵੈਸਿਵ ਪ੍ਰੈਜ਼ੈਂਸ ਇਹਦਾ ਮੀਨਿੰਗ ਨੋਟ ਕਰ ਲਓ। ਸਪੈਸ਼ਲੀ ਸਮਥਿੰਗ ਬੈਡ ਇਜ਼ ਪ੍ਰੈਜ਼ੈਂਟ ਫੈਲਟ ਥਰੂ ਆਊਟ ਦਾ ਪਲੇਸ ਔਰ ਥਿੰਗ, ਕੋਈ ਵੀ ਚੀਜ਼ ਜਿਹੜੀ ਕਿ ਸਾਹਮਣੇ ਹੈਗੀ ਹੈ ਪਰ ਥਾਂ ਥਾਂ 'ਤੇ ਭਰੀ ਹੋਈ ਹੈ। ਜਿੱਥੇ ਵੀ ਤੁਸੀਂ ਹੈਗੇ ਹੋ ਉਹ ਜਗ੍ਹਾ 'ਤੇ ਜਾਂ ਚੀਜ਼ ਸਾਰੀ ਹਰ ਜਗ੍ਹਾ ਦੇ ਉੱਤੇ ਕੀ ਭਰੀ ਹੋਈ ਹੈ। ਨੈਕਸਟ ਅੱਖਰ ਪਲੀਜ਼। ਪੋਟੈਂਸ਼ੀਅਲ, POTENTIAL। Potential. ਸੰਭਾਵਨਾ ਮਤਲਬ ਕਿ ਇਹਦਾ ਮੀਨਿੰਗ ਆ ਵੀ ਨੋਟ ਕਰ ਲਓ ਜੀ। ਪੋਟੈਂਸ਼ੀਅਲ ਦਾ ਪਲੀਜ਼। ਹੈਵਿੰਗ ਔਰ ਸ਼ੋਇੰਗ ਦਾ ਕੈਪੈਸਿਟੀ ਟੂ ਡਿਵੈਲਪ, ਜਿਵੇਂ ਕੁਛ ਵੀ ਆਪਾਂ ਆਪਣੇ ਕਹਿੰਦੇ क्षमता ਹੈਗੀ ਹੈ ਮੇਰੇ ਵਿੱਚ ਕੰਮ ਕਰਨ ਦੀ, ਕੁਆਲਿਟੀਜ਼ ਹੈਗੀਆਂ ਨੇ, ਐਬਿਲਿਟੀਜ਼ ਨੇ, ਪੋਸੀਬਿਲਿਟੀਜ਼, ਕੈਪੈਸਿਟੀ, ਉਹ ਚੀਜ਼ਾਂ ਸਾਰੀਆਂ ਹੋ ਗਈਆਂ ਜੀ। ਨੈਕਸਟ ਅੱਖਰ ਪਲੀਜ਼। ਐਸਪੀਰੇਸ਼ਨਸ, ASPI RAD। ਅੱਛਾ, ਨੈਕਸਟ ਜੀ। डॉलर डॉलर ਡਾਲਰ। ਹਾਂਜੀ डॉलर से डॉलर ਡਾਲਰ नो सर यू कैन ਡਾਲਰ डॉलर ਡਲ ਨਹੀਂ ਕਹਿੰਦੇ ਹੁੰਦੇ ਜਿਹਦੇ ਵਿੱਚ ਕੋਈ ਰੰਗ ਨਾ ਹੋਵੇ, ਫਿੱਕਾ ਹੋਵੇ। ਉਸ ਤੋਂ ਸੌਖਾ ਬੇਰੰਗੀ ਦੁਨੀਆ।
ਫੇਡ ਹੋ ਗਿਆ ਜਿੰਨਾ ਆਪਾਂ ਕਹਿੰਦੇ। Problematic, sir. ਕਿਹੜਾ ਕਰ ਪ੍ਰੋਬਲਮੈਟਿਕ Problematic. Cosmetic ਨਹੀਂ sir, ਇੱਕ ਮਿੰਟ Prop. ਜਸਪ੍ਰੀਤ ਨੇ ਪੁੱਛਿਆ ਹਾਂਜੀ sir, ਮੈਂ ਹੀ ਪੁੱਛਿਆ। ਜਿਹੜੀ ਵੀ ਜਸਪ੍ਰੀਤ ਕਰੀਮਸ ਵਗੈਰਾ ਹੋ ਜਾਂਦੀਆਂ ਲੇਡੀਜ਼ ਸਾਰੇ ਫੇਸ ਤੇ ਲਗਾਉਂਦੇ ਨੇ ਹਨਾ, ਤਾਂ ਉਹ ਸਾਰੇ ਕਾਸਮੈਟਿਕ ਚੀਜ਼ਾਂ ਮੈਂ ਵੀ ਕਿਹਾ ਲੈ ਕੇ ਮੈਂ ਕੁੜੀਆਂ ਪੁੱਛੀ। ਹਾਂਜੀ ਨੈਕਸਟ ਅੱਖਰ ਕਿਹੜਾ ਜੀ? ਥ੍ਰੀਵਿੰਗ ਇੱਕ ਸਰ ਪਲੱਸ TH ਆ Problematic, हाँ जी sir. Problematic. ਥਰਾਈਵਿੰਗ ਥਰਾਈਵਿੰਗ ਦਾ ਮੀਨਿੰਗ ਲਿਖੋ ਸੰਪਨ ਪੂਰਾ। ਮਾਈਕ ਆਫ ਕਰ ਲਓ ਜੀ, ਕੌਣ ਬੋਲ ਰਿਹਾ ਪਿੱਛੇ? ਥਰਾਈਵਿੰਗ ਮੀਨਿੰਗ ਲਿਖੋ ਖੁਸ਼ਹਾਲ, ਗਰੋਇੰਗ ਤੇ ਫਲਰਿਸ਼ਿੰਗ। ਗਰੋ ਕਰਨਾ, ਡੂਇੰਗ ਵੈਲ ਜੀ। ਨੈਕਸਟ ਅੱਖਰ ਕਿਹੜਾ ਸੀਗਾ? ਇੱਕ ਪੁੱਛ ਰਹੇ ਸੀ ਸ਼ਾਇਦ ਪ੍ਰੋਬਲਮੈਟਿਕ ਹੈ ਨਾ? ਹਾਂਜੀ ਸਰ, Problematic, हाँ जी. ਪ੍ਰੋਬਲਮੈਟਿਕ ਆ ਪਿਆ MA ਪ੍ਰੋਬਲਮੈਟਿਕ, ਸਮੱਸਿਆ ਵਾਲਾ ਜਾਂ ਸਮੱਸਿਆ, ਪ੍ਰੋਬਲਮ ਹੀ ਹੋਊਗੀ ਇੱਕ ਹਿਸਾਬ ਦੀ। ਤੇ ਇੱਕ ਵਰਡ ਸੀਗਾ ਇਨਫਾਈਨਾਈਟ, ਆਈ ਸੀ ਨਾ? ELY ਸਰ ਨਾਲ। ਹਾਂਜੀ ਬੇਅੰਤ, ਬੇਅੰਤ ਜਿਹੜੀ ਚੀਜ਼ ਖਤਮ ਨਾ ਹੋ ਸਕੇ, ਅੰਤਾਂ ਦੀ। ਮੈਥ ਵਾਲਾ ਸਟੂਡੈਂਟ ਹੈਗਾ ਕੋਈ? ਇਨਫਿਨਿਟੀ। ਹਾਂ ਹਾਂ ਇਨਫਿਨਿਟੀ। ਮੈਥ ਸਟੂਡੈਂਟ ਕੋਈ ਹੈਗਾ? ਮੈਥ ਸਟੂਡੈਂਟਸ, ਇਕਨੋਮਿਕਸ, ਆਰਟਸ। ਆਰਟਸ। ਮੈਂ ਤਾਂ ਸਟੂਡੈਂਟ ਹੈ ਸਰ, ਹੁਣ ਯਾਦ ਨਹੀਂ ਹੈ। ਸਰ ਕਮਰਸ ਕੀਤੀ, ਉਹਦੇ ਚ ਹੈਗੀ ਸੀ ਸਰ ਇਕਨੋਮਿਕਸ। ਅੱਛਾ, ਉਹਦੇ ਵਿੱਚ ਜਿਵੇਂ ਲਾਈਨਸ ਹੁੰਦੀਆਂ ਨਾ ਗ੍ਰਾਫ ਦੇ ਵਿੱਚ, ਤਾਂ 0 ਤੋਂ ਲੈ ਕੇ ਇਨਫਿਨਿਟੀ, ਤਾਂ ਮਤਲਬ ਜਿਹੜੀ ਚੀਜ਼ ਕੀ ਹੈ ਖਤਮ ਨਹੀਂ ਹੋ ਰਹੀ ਕਾਊਂਟਿੰਗ, ਉਹ ਚੀਜ਼। ਹੋਰ ਕੀ ਅੱਖਰ ਪਲੀਜ਼? ਨਹੀਂ ਸਰ ਬਸ। ਰਿਫਲੈਕਟ ਸਰ, ਰਿਫਲੈਕਟ ਸਰ। ਹਾਂਜੀ ਹਾਂਜੀ ਕੰਟਰੀਬਿਊਟਿੰਗ ਦਾ ਮੀਨਿੰਗ ਲਿਖ ਲਓ ਯੋਗਦਾਨ, ਤੇ ਕੰਟਰੀਬਿਊਟ ਕਰਨਾ ਕੋਈ ਹਾਂਜੀ ਚੀਜ਼। ਯੋਗਦਾਨ, ਹਿੱਸਾ ਪਾਉਣਾ। ਤੇ ਰਿਫਲੈਕਟ ਦਾ ਮੀਨਿੰਗ ਲਿਖੋ ਝਲਕ। ਝਲਕ। ਹੋਰ ਕੋਈ ਅੱਖਰ ਜੀ? ਨਹੀਂ ਸਰ ਬਸ ਖਤਮ। ਜਸਪ੍ਰੀਤ, ਸੰਦੀਪ, ਰੀਤ ਕੋਈ ਅੱਖਰ ਪੁੱਛਣਾ ਨਹੀਂ ਆਪਾਂ ਨੂੰ। ਚਲੋ ਆ ਜਾਓ ਫਿਰ। ਸਰ ਪੁੱਛੇ ਤਾਂ ਸੀ ਮੈਂ। ਅੱਛਾ ਆਵਾਜ਼ ਹੀ ਨਹੀਂ ਮੈਨੂੰ ਤਾਂ। ਚਲੋ ਆ ਜਾਓ ਆ ਜਾਓ, ਸੌਖਾ ਜਿਹਾ ਕੰਮ ਹੀ ਹੈ, ਜਲਦੀ ਧਿਆਨ ਨਾਲ ਪੜਿਓ। ਆਲਮੋਸਟ ਆਲ ਪਬਲਿਕ ਸਪੇਸਿਸ ਮਤਲਬ ਹੁੰਦਾ ਜਗ੍ਹਾਵਾਂ ਤੇ, ਹਰ ਥਾਂ ਦੇ ਉੱਤੇ। ਨਾਊਅਡੇਜ਼ ਅੱਜ ਕੱਲ੍ਹ ਕੀ ਹੈ? ਐਡਵਰਟੀਜ਼ਮੈਂਟ ਇਨਸਾਈਟ, ਹਰ ਥਾਂ ਦੇ ਉੱਤੇ ਤੁਹਾਨੂੰ ਕੀ ਹੈ ਦੇਖਣ ਨੂੰ ਮਿਲੂਗੀ ਮਸ਼ਹੂਰੀਆਂ, ਇਸ਼ਤਿਹਾਰ, ਚਾਹੇ ਜਿਹੜਾ ਮਰਜ਼ੀ ਸਾਧਨ ਹੋਵੇ, ਨਿਊਜ਼ਪੇਪਰ ਤੋਂ ਲੈ ਕੇ ਸਿਨੇਮਾ, ਸਿਨੇਮੇ ਤੋਂ ਲੈ ਕੇ ਇੰਟਰਨੈਟ, ਹਰ ਥਾਂ ਦੇ ਉੱਤੇ ਕੀ ਹੋਊਗਾ? ਡੈਸ਼ ਵਿਦ ਐਡਵਰਟਸ। ਹਰ ਇੱਕ ਥਾਂ ਕੀ ਹੋਊਗੀ? ਵਿਦ ਐਡਵਰਟ, ਮਸ਼ਹੂਰੀਆਂ ਦੇ ਨਾਲ, ਇਸ਼ਤਿਹਾਰਾਂ ਦੇ ਨਾਲ ਡੈਸ਼ ਹੋਊਗੀ। ਮੈਸੇजेस ਦੇ ਨਾਲ ਕੀ ਹੋਊਗੀ? ਨਹੀਂ ਕਿੱਧਰ? ਡੈਸ਼ ਵਿਦ ਇਨਫਾਰਮਡ ਸਰ, ਵਿਦ ਐਡਵਰਟ। ਹਰ ਇੱਕ ਥਾਂ, ਹਰ ਇੱਕ ਜਗ੍ਹਾ। Filled. ਅੱਛਾ, ਅਗਰ ਉੱਥੇ ਆਰ ਨਾ ਲੱਗਿਆ ਹੁੰਦਾ ਨਾ, ਫਿਰ ਤਾਂ ਆਪਾਂ ਆਂਸਰ ਲਗਾ ਸਕਦੇ ਸੀਗੇ ਫੁੱਲ। ਰਿਫਲੈਕਟਸ ਸਰ, ਰਿਫਲੈਕਟਸ। ਅਗਰ ਤਾਂ ਆਰ ਨਾ ਲੱਗਿਆ ਹੁੰਦਾ ਫਿਰ ਤਾਂ ਫੁੱਲ ਲਗਾ ਲੈਂਦੇ, ਅਗਰ ਆਰ ਲੱਗਿਆ ਤਾਂ ਆਪਾਂ ਨੂੰ ਫਿਲ ਲਗਾਉਣਾ ਪਊਗਾ। ਫਿਲਡ, ਭਰਿਆ ਪਿਆ ਹਰ ਥਾਂ ਦੇ ਉੱਤੇ, ਜਿੱਥੇ ਮਰਜ਼ੀ ਜਾਓਗੇ ਤੁਸੀਂ ਸਾਨੂੰ ਮਸ਼ਹੂਰੀਆਂ ਦੇਖਣਗੀਆਂ, ਚਾਹੇ ਨੈੱਟ ਚਲਾਓ, ਚਾਹੇ ਸਿਨੇਮਾ 'ਤੇ ਦੇਖੋ, ਜਾਂ ਨਿਊਜ਼ਪੇਪਰ 'ਤੇ। ਦਿਸ ਆਲ ਪਰਵੈਸਿਵ ਪ੍ਰੈਜੈਂਸ, ਜਿਹੜੀ ਹਰ ਥਾਂ ਦੇ ਉੱਤੇ ਕੀ ਹੈ, ਤੁਹਾਨੂੰ ਕੀ ਐਡਵਰਟੀਜ਼ਮੈਂਟ ਦਿਖ ਰਹੀ ਹੈ, ਇਹ ਤੁਹਾਨੂੰ ਕੀ ਹੈ ਡੈਸ਼ ਕਰਾਉਂਦੀ ਹੈ, ਤੁਹਾਡੇ ਸਾਹਮਣੇ ਲੈ ਕੇ ਆਉਂਦੀ ਹੈ ਵੈਲਿਊ ਆਫ ਐਡਵਰਟੀਜ਼ਿੰਗ ਟੂ ਅਸ। ਰਿਫਲੈਕਟਸ ਦਾ ਵੈਲਿਊ। ਰਿਫਲੈਕਟ ਮਤਲਬ ਕੀ ਹੁੰਦਾ? ਝਲਕ। ਆਪਾਂ ਨੂੰ ਦੱਸਦੀ ਹੈ ਇਹਦਾ ਮੀਨਿੰਗ, ਇਹਦਾ ਝਲਕ ਦੱਸਦੀ ਹੈ ਕਿ ਤੁਹਾਨੂੰ ਕਿੰਨੀ ਇੰਪੋਰਟੈਂਟ ਐਡਵਰਟੀਜ਼ਮੈਂਟ। ਹੁਣ ਉਹ ਸੋਚੋ ਜਿੱਥੇ ਜਿੱਥੇ ਤੁਸੀਂ ਜਿਹੜੇ ਸ਼ਹਿਰ 'ਚ ਰਹਿ ਰਹੇ ਹੋ, ਅਗਰ ਉੱਥੇ ਕੀ ਹੈ ਐਡਵਰਟੀਜ਼ਮੈਂਟ ਹੈ ਨਹੀਂ ਗੀ, ਕੁਛ ਵੀ ਹੈ ਨਹੀਂ, ਤਾਂ ਬਿਜ਼ਨਸ ਦੇ ਜਿਹੜਾ ਮਰਜ਼ੀ ਸਾਈਜ਼ ਹੋਵੇ, ਜਿਹੜਾ ਮਰਜ਼ੀ ਬਿਜ਼ਨਸ ਹੋਵੇ, ਉਹਨੂੰ ਕੀ ਕਰਨਾ ਪਊਗਾ? ਕਿੰਨਾ ਔਖਾ ਹੋ ਕੇ ਇਨਫੋਰਮ ਕਰਨਾ ਪਊਗਾ ਪੋਟੈਂਸ਼ੀਅਲ ਕਸਟਮਰ ਨੂੰ ਕਿ ਜੀ ਮੈਂ ਪ੍ਰੋਡਕਟ ਵੇਚਦਾ, ਮੇਰੇ ਕੋਲ ਆਹ ਕੰਮ ਹੈ, ਮੈਂ ਆਹ ਚੀਜ਼ ਕਿ ਤੁਹਾਨੂੰ ਦੇ ਸਕਦਾ। ਤਾਂ ਉਹ ਬੰਦੇ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ, ਤਾਂ ਮਿਹਨਤ ਵਾਸਤੇ ਉਹਨੂੰ ਕੀ ਮਿਹਨਤ ਕਰਨੀ? ਸਟਰਗਲ। ਅਸੀਂ ਦੁਬਾਰਾ ਫਿਰ ਉਹਨੇ ਗੱਲ ਕੀਤੀ ਜੇ ਹੁਣ ਪਹਿਲਾਂ ਸੀਗਾ ਬਿਜ਼ਨਸ ਵਾਸਤੇ, ਹੁਣ ਐਤਕੀ ਕੌਣ ਹੈ? ਖੁਦ ਆਪਾਂ ਲੋਕ। ਜੇ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਆਪਾਂ ਕੀ ਉਹਨਾਂ ਨੂੰ ਦੱਸਣ ਲਈ ਕਿ ਸਾਨੂੰ ਕੋਈ ਪ੍ਰੋਡਕਟ ਚਾਹੀਦਾ ਖਰੀਦਣ ਵਾਸਤੇ, ਯੂਜ਼ ਕਰਨ ਵਾਸਤੇ, ਅਸੀਂ ਉਹਨਾਂ ਨੂੰ ਕਿਵੇਂ ਦੱਸਾਂਗੇ? ਸਾਨੂੰ ਪਤਾ ਹੀ ਨਹੀਂ ਕਿਹੜਾ ਬਿਜ਼ਨਸ ਸਾਨੂੰ ਕੀ ਚੀਜ਼ ਦੇ ਰਿਹਾ। ਨਹੀਂ ਕੰਟਰੀਬਿਊਟ ਨਹੀਂ ਆਊਗਾ, ਹਿੱਸਾ ਤਾਂ ਮੈਸੇजेस ਨਹੀਂ। ਕੰਜ਼ਿਊਮਰ ਆਪਾਂ ਲੋਕ, ਆਪਾਂ ਨੂੰ ਕੀ ਹੈ ਅਗਰ ਕੋਈ ਚੀਜ਼ ਚਾਹੀਦੀ ਹੈ, ਅਗਰ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੈ, ਆਪਾਂ ਨੂੰ ਬਹੁਤ ਔਖਾ ਹੋਣਾ ਪਊਗਾ। ਅਗਰ ਚੀਜ਼ ਚਾਹੀਦੀ ਹੈ ਤਾਂ ਬਹੁਤ ਅੱਛੀ ਅੰਗਰੇਜ਼ੀ ਇਨਫੋਰਮ ਕਰਨਾ ਪਊਗਾ। ਆਪਾਂ ਕਿਵੇਂ ਇਨਫੋਰਮ ਕਰਾਂਗੇ? ਆਪਾਂ ਨੂੰ ਪਤਾ ਹੀ ਨਹੀਂ, ਐਡਵਰਟੀਜ਼ਮੈਂਟ ਹੀ ਨਹੀਂ ਦੇਖੀ ਕਦੇ।
ਤਾਂ ਇਨਫੋਰਮ ਕਰਨ ਲਈ ਵੀ ਆਪਾਂ ਨੂੰ ਕੀ ਐਡਵਰਟੀਜ਼ਮੈਂਟ ਚਾਹੀਦੀ ਹੈ। ਫ਼ੋਨ ਨੰਬਰ ਦੇਖ ਕੇ ਆਪਾਂ ਕਾਲ ਕਰਾਂਗੇ। ਹੁਣ ਦੁਬਾਰਾ ਫੇਰ ਐਡਵਰਟੀਜ਼ਮੈਂਟ ਹੈ ਨਹੀਂ ਗੀ। ਪ੍ਰਮੋਸ਼ਨ ਆਫ ਪ੍ਰੋਡਕਟਸ। ਅੱਛਾ, ਇੱਕ ਤੁਸੀਂ ਅੱਖਰ ਸੁਣਿਆ ਹੋਣਾ ਗੁੱਡਸ ਐਂਡ ਸਰਵਿਸਿਜ਼, ਸੁਣਿਆ ਕਿਸੇ ਨੇ? ਹਾਂਜੀ। ਗੁੱਡਸ ਐਂਡ ਸਰਵਿਸਿਜ਼ ਦਾ ਉਲਟ ਕੀ ਰੱਖਿਆ ਇਹਨਾਂ ਨੇ? ਪ੍ਰੋਡਕਟਸ ਐਂਡ ਡੈਸ਼। ਪ੍ਰੋਡਕਟ ਹੋ ਗਏ ਗੁੱਡਸ, ਸਰਵਿਸਿਜ਼ ਵਾਸਤੇ ਅੱਖਰ ਹੋਰ ਪਿਆ ਨੀਚੇ। ਸਰਵਿਸਿਜ਼ ਮਤਲਬ ਹੁੰਦਾ ਸੇਵਾਵਾਂ, ਤੇ ਸੇਵਾਵਾਂ ਵਾਸਤੇ ਅੱਖਰ ਹੈਗਾ ਪ੍ਰੈਕਟਿਸਿਸ, ਕੰਮ। ਇਹ ਕੀ ਹਿੱਸਾ ਪਾਉਂਦੇ ਨੇ ਆਪਣੀ ਫਿਜ਼ੀਕਲ ਅਤੇ ਸਾਈਕੋਲੋਜੀਕਲ ਵੈਲਬੀਂਗ, ਚਾਹੇ ਕਿ ਮੈਡੀਸਨ ਹੋਣ, ਟਰੀਟ ਮਾਈਨਰ ਏਲੀਮੈਂਟ ਹੋਣ, ਇੰਸ਼ੋਰੈਂਸ ਸਕੀਮਸ ਹੋਵੇ ਜਿਹੜੇ ਆਪਾਂ ਨੂੰ ਸਾਂਭਦੀ ਹੈ, ਕੱਪੜੇ ਹੋਣ, ਕਾਸਮੈਟਿਕ ਹੋਣ ਜਿਹੜੇ ਆਪਾਂ ਨੂੰ ਸੁੰਦਰ ਦਿਖਾਉਂਦੇ ਨੇ। ਫੀਲ ਬੈਟਰ ਵੁੱਡ ਬੀ ਡੈਸ਼ ਐਂਡ ਡੈਸ਼ ਐਂਡ ਡੈਸ਼। ਇੱਕ ਮੇਰੇ ਛੋਟਾ ਜਿਹਾ ਕੁਐਸਚਨ ਆਨਸਰ ਦਿਓ। ਜਦੋਂ ਤੁਸੀਂ ਕਿ ਗਰੋਸਰੀ ਸਟੋਰ 'ਤੇ ਜਾਂਦੇ ਹੋ, ਕੋਈ ਕਰਿਆਨੇ ਦੀ ਸ਼ਾਪ 'ਤੇ ਜਾਂਦੇ ਹੋ, ਤੁਸੀਂ ਉਹਨੂੰ ਐਂ ਕਹੋਗੇ ਸ਼ਾਪਕੀਪਰ ਨੂੰ ਕਿ ਮੈਨੂੰ ਨਾ ਸ਼ੈਂਪੂ ਚਾਹੀਦਾ, ਉਹਦਾ ਪਹਿਲਾ ਜਿਹੜਾ ਆਨਸਰ ਹੋਊਗਾ ਉਹ ਕੀ ਹੋਊਗਾ? ਕਿਹੜਾ ਸ਼ੈਂਪੂ? ਕਿਹੜਾ, ਠੀਕ ਹੈ। ਮੈਨੂੰ ਨਾ ਆਇਲ ਚਾਹੀਦਾ, ਉਹਨੂੰ ਫਿਰ ਕੀ ਕਹੂਗਾ ਉਹ? ਕਿਹੜਾ। ਬਿਸਕੁਟ ਚਾਹੀਦਾ, ਕਿਹੜਾ। ਕਿਉਂ ਪੁੱਛ ਰਿਹਾ ਉਹ ਕਿਹੜਾ? ਕਿਉਂਕਿ ਆਪਣੇ ਕੋਲ ਕੀ ਹੈ? ਬੇਅੰਤ ਕੰਪਨੀਆਂ ਨੇ, ਉਹੀ ਆਪਾਂ ਨੂੰ ਕੀ ਹੈ? ਪ੍ਰੋਬਲਮੈਟਿਕ ਬਣਾ ਰਹੀਆਂ ਨੇ। ਕੋਈ ਤਾਂ ਕਹੂਗਾ ਜੀ ਸਵੇਰੇ ਉੱਠ ਕੇ ਬਦਾਮ ਖਾਓ ਤਾਂ ਚੰਗੇ ਹੈ, ਕੋਈ ਕਹੂਗਾ ਰਾਤ ਨੂੰ ਖਾਓਗੇ ਤਾਂ ਚੰਗੇ ਹੈ। ਪਤਾ ਕੁਛ ਵੀ ਨਹੀਂ, ਚੀਜ਼ਾਂ ਬਹੁਤ ਸਾਰੀਆਂ ਨੇ, ਤਾਂ ਪ੍ਰੋਬਲਮੈਟਿਕ ਹੋ ਰਹੀਆਂ ਨੇ ਉਹ, ਸਮੱਸਿਆ ਵਾਲੀ ਚੀਜ਼ਾਂ ਬਣ। ਹਾਂ, ਇੱਕ ਵਾਰੀ ਲਾਸਟ ਵਾਰੀ ਹੋਰ ਸੋਚੋ ਕਿ ਵਿਦਆਊਟ ਐਡਵਰਟੀਜ਼ਮੈਂਟ, ਛੱਡ ਦਿਓ ਅਗਲੇ 'ਤੇ ਸੋਚੋ। ਵਿਦਆਊਟ ਐਡਵਰਟੀਜ਼ਮੈਂਟ ਦ ਵਰਲਡ ਵੁੱਡ ਬੀ ਡੈਸ਼ ਪਲੇਸ। ਜਿਹੜੀ ਦੁਨੀਆ ਹੈ ਉਹ ਕਿਹੋ ਜਿਹੀ ਲੱਗੂਗੀ ਫਿਰ ਵਿਦਆਊਟ ਐਡਵਰਟੀਜ਼ਮੈਂਟ ਤੋਂ ਬਾਅਦ? ਤਾਕਤਵਰ, ਬੇਰੰਗੀ ਦੁਨੀਆ ਲੱਗੂਗੀ ਫਿਰ। ਹੁਣ ਲਾਸਟ ਇੱਕ ਵਾਰੀ ਇੱਥੇ ਹੋਰ ਦੇਖ ਲਈਏ, ਦ ਡੈਸ਼ ਰਿਪਰੈਜ਼ੈਂਟ ਇਨ ਦੈਮ। ਜਿਹੜੀ ਐਡਵਰਟੀਜ਼ਮੈਂਟ ਦੇ ਵਿੱਚ ਇੱਛਾਵਾਂ ਹੁੰਦੀਆਂ ਨੇ ਆਪਣੀਆਂ, ਉਹ ਵੀ ਕੀ ਖਤਮ ਹੋ ਜਾਣਗੀਆਂ ਜਾਂ ਮਰ ਜਾਣਗੀਆਂ ਜਾਂ ਢਲ ਜਾਣਗੀਆਂ। ਐਸਪੀਰੇਸ਼ਨਸ। ਲੱਗਦਾ ਨਹੀਂ ਪੇਪਰ 'ਚ ਕਲੀਅਰ ਹੋਣਗੇ। ਬਹੁਤ ਹੀ ਆਸਾਨ ਤਰੀਕੇ ਨਾਲ ਆਉਣਗੇ, ਉੱਥੇ ਵੀ ਟੈਨਸ਼ਨ ਲੈਣ ਵਾਲੀ ਗੱਲ ਕੋਈ ਨਹੀਂ। ਆਪਣੀ ਸਟਾਰਟਿੰਗ ਹੈ ਹਜੇ, ਜਦੋਂ ਤੁਸੀਂ ਰੋਜ਼ ਕਰੋਗੇ ਈਜ਼ੀਲੀ ਹੋਣ ਲੱਗ ਜਾਣਗੇ। ਮੇਨ ਚੀਜ਼ ਇਹਦੇ ਵਿੱਚ ਕੀ ਹੈ? ਗ੍ਰਾਮਰ ਨਹੀਂ ਆ ਰਹੀ ਕਿਤੇ। ਦੱਸਿਓ, ਮੈਂ ਦੱਸਿਆ ਹੋਵੇ ਤੁਹਾਨੂੰ, ਸਿਰਫ ਇੱਕ ਥਾਂ 'ਤੇ ਆ ਕੇ ਦੱਸਿਆ ਮੈਂ, ਆਰ ਲੱਗੇ ਤਾਂ ਈਡੀ ਲੱਗ ਸਕਦਾ, ਹੋਰ ਕਿਤੇ ਵੀ ਮੈਂ ਤੁਹਾਨੂੰ ਦੱਸ ਨਹੀਂ ਰਿਹਾ, ਕਿਉਂਕਿ ਲੱਗ ਹੀ ਨਹੀਂ ਰਹੇ ਕਿਤੇ ਗ੍ਰਾਮਰ ਬੇਸ ਆਨਸਰ। ਤਾਂ ਲੱਗ ਕੇ ਉਹਦੇ ਨਾਲ ਰਹੇ ਨੇ ਸੈਂਸ ਬੇਸ ਪਲੱਸ ਵੋਕੈਬਲਰੀ। ਉਹ ਜਿਵੇਂ ਇਹ 4 ਤੋਂ 5 ਆ ਸਕਦੀਆਂ ਨੇ, ਉਹ 5 ਤੋਂ 6 ਆ ਸਕਦੀਆਂ। 1-2 ਨੰਬਰ ਦਾ ਫਰਕ ਪੈ ਸਕਦਾ ਬਸ ਦੋਨਾਂ ਦਾ। ਮਤਲਬ ਉਹ ਜਿਹੜੀ ਲਿਸਨਿੰਗ ਸੁਣ ਕੇ ਆਨਸਰ ਲਿਖਣਾ ਉਹ 5 ਤੋਂ 6। ਰੀਡਿੰਗ ਦੇ ਵਿੱਚ ਹੀ 2 ਰੀਡਿੰਗ ਫਿਲ ਇਨ ਦੀ ਬਲੈਂਕਸ ਨੇ, ਤਾਂ ਇਹ ਜਿਹੜੀਆਂ ਜ਼ਿਆਦਾ ਔਖੀਆਂ ਨੇ ਤਾਂ ਕਰਕੇ ਕਰਵਾ ਰਹੇ ਹਾਂ। ਦੂਸਰੀਆਂ ਸੌਖੀਆਂ ਵਾਲੀਆਂ ਨੇ, ਤੁਸੀਂ ਖੁਦ ਵੀ ਲਾਉਂਗੇ ਆਨਸਰ ਲੱਗੀ ਜਾਣਗੇ ਈਜ਼ੀਲੀ। ਸੁਣ ਕੇ ਲਿਖਣਾ ਆਨਸਰ ਰੀਡਿੰਗ 'ਚ ਕਹਿ ਰਿਹਾ, ਰੀਡਿੰਗ ਸੈਕਸ਼ਨ ਦੇ ਵਿੱਚ। ਰੀਡਿੰਗ ਦੇ ਵਿੱਚ ਵੀ ਰੀਡਿੰਗ ਸਰ ਓਨਲੀ ਫਿਲਿੰਗ ਦੀਆਂ ਬਲੈਂਕਸ ਹੀ ਹੈ ਸਰ ਰੀਡਿੰਗ 'ਚ? ਹਾਂਜੀ, ਦੋਨੋਂ ਪਾਰਟ ਆਪਾਂ ਕਰ ਨਹੀਂ ਰਹੇ ਜ਼ਿਆਦਾ, ਕਿਉਂਕਿ ਉਹ ਬਹੁਤ ਥੋੜੇ ਨੰਬਰਾਂ ਦੀ। ਹਾਂਜੀ। ਅੱਜ ਨਹੀਂ ਕੀਤੀਆਂ ਕਿਵੇਂ ਲੱਗੀਆਂ? ਔਖੀਆਂ? ਐਂ ਕਰੋ, ਹੁਣ ਜਿਹੜੇ ਨੇ ਆਨਸਰ ਲਾਏ ਤੁਸੀਂ ਲਾਓਗੇ, ਮੈਂ ਜਿਹੜੇ ਬੰਦੇ ਨੂੰ ਕਹੂੰਗਾ ਉਹੀ ਆਨਸਰ ਲਗਾਊਗਾ, ਠੀਕ ਹੈ ਜੀ? ਸੰਦੀਪ ਔਲਖ ਉਹੀ ਆਨਸਰ ਲਗਾਉਣਗੇ ਸਾਰੇ, ਬਾਕੀ ਮਾਈਕ ਆਫ ਕਰਕੇ ਸ਼ਾਂਤੀ ਨਾਲ ਬੈਠਣ ਅਤੇ ਆਪਦੇ ਟਰਾਈ ਕਰੀ ਜਾਣ ਵੀ ਆਨਸਰ ਕੀ ਹੋ ਸਕਦਾ ਜੀ। ਨੈਕਸਟ ਅਗਰ ਕਿਸੇ ਨੇ ਰੀਡਿੰਗਾਂ ਕਰਨੀਆਂ ਨੇ ਤਾਂ ਆਪਣੇ YouTube ਦੇ ਉੱਤੇ ਜਿਹੜੀ ਮੈਂਬਰਸ਼ਿਪ ਆ ਉਹ ਲੈ ਲਓ। ਬਾਕੀ ਸਾਰੀਆਂ ਦੀ ਸਾਰੀ ਕਲਾਸਿਸ ਮੈਂ ਜਿਹੜੀਆਂ ਇਹਨਾਂ ਨਾਲ ਕਰਵਾਊਂਗਾ ਆਨਲਾਈਨ, ਇਹਨਾਂ ਨੂੰ ਤਾਂ ਸਾਰੀਆਂ ਉਹਦੇ ਵਿੱਚ ਅਪਲੋਡ ਕਰੂੰਗਾ। ਸਰ ਦੁਬਾਰਾ ਹੀ ਫਸਟ ਵਾਰ ਤਾਂ ਮੈਂਬਰਸ਼ਿਪ ਲੈ ਲਓ ਜੀ, ਮੈਂਬਰਸ਼ਿਪ ਲੈ ਲਓ ਤਾਂ ਹੀ ਤੁਹਾਨੂੰ ਰੀਡਿੰਗ ਅੱਗੇ ਮਿਲਣਗੀਆਂ। ਇੱਕ ਸਾਨੂੰ ਫ੍ਰੀ ਕਰਤੀ ਮੈਂ। ਬਾਏ, ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ।